ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਤੇ ਯਾਦ ਨੇ ਉਹ ਦਿਨ ਕਿਸਾਨ ਅੰਦੋਲਨ ਦਾ ਹੋਇਆ 1 ਮਹੀਨਾ ਪੂਰਾ, ਫਿਰ ਉਹ ਕਿਸਾਨ ਅੰਦੋਲਨ ਦੇ ਹੋਏ 100 ਦਿਨ ਪੂਰੇ, ਫਿਰ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਏ ਵਾਲਾ ਮੀਲ ਪੱਥਰ ਵੀ ਲੰਘ ਗਿਆ ਤੇ ਹੁਣ 8ਵਾਂ ਮਹੀਨਾ ਪੂਰਾ ਹੋ ਚੁੱਕਾ। ਅੰਦੋਲਨ ਨੇ ਕਈ ਉਤਾਰ ਚੜ੍ਹਾਅ ਵੇਖੇ ਨੇ, ਹੁਣ ਫਿਰ ਉਫਾਨ ਤੇ ਆ, ਪੀਕ ਤੇ ਆ। ਦਿੱਲੀ ਵਿੱਚ ਪਾਰਲੀਮੈਂਟ ਦੇ ਬਰਾਬਰ ਇੱਕ ਕਿਸਾਨ ਸੰਸਦ ਸਜੀ ਹੋਈ ਹੈ। ਦੁਨੀਆ ਅੰਦੋਲਨ ਨੂੰ ਗੌਰ ਨਾਲ ਵਾਚ ਰਹੀ ਹੈ। ਅੰਦੋਲਨ ਖੇਤੀ ਨਾਲ ਸੰਬੰਧਿਤ 3 ਕਾਨੂੰਨਾਂ ਬਾਰੇ ਸੀ। ਹੁਣ ਇਹੋ ਲੱਗ ਰਿਹਾ ਹੈ ਜਿਵੇਂ ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਦਾਰੋਮਦਾਰ ਇਸ ਅੰਦੋਲਨ ਉੱਤੇ ਆਣ ਖੜਾ ਹੈ। ਇਸ ਲਈ ਇੱਕ ਵੱਡਾ ਸਵਾਲ ਵੀ ਸਾਹਮਣੇ ਆਣ ਖੜਾ ਹੈ। ਯੂ ਨੋ ਦੈਟ ਇਸ ਅੰਦੋਲਨ ਦਾ ਕੀ ਬਣੂ? ਅਜੇ ਤਾਂ ਡਟਿਆ ਜਾਪਦਾ ਹੈ, ਪਰ ਫਿਰ ਯੂਪੀ ਦੀ ਚੋਣ ਆ ਰਹੀ ਹੈ ਤੇ ਉੱਥੇ ਭਾਈ ਯੋਗੀ ਹੈ। ਇੱਧਰ ਪੰਜਾਬ ਦੀ ਸਿਆਸਤ ਠਾਠਾ ਮਾਰ ਰਹੀ ਹੈ। ਇੱਥੇ ਵੀ ਸਰਦਾਰੀਆਂ ਦੇ ਫੈਸਲੇ ਹੋਣੇ ਹਨ। ਖੈਰ, ਚੋਣਾਂ ਆਉਣਗੀਆਂ, ਚਲੀਆਂ ਜਾਣਗੀਆਂ, ਕਿਸੇ ਨਾ ਕਿਸੇ ਦੀ ਸਰਕਾਰ ਬਣ ਜਾਵੇਗੀ, ਫਿਰ ਅੰਦੋਲਨ ਜਾਰੀ ਰਹੇਗਾ। ਆਫਟਰ ਯੂਪੀ, ਆਫਟਰ ਪੰਜਾਬ, ਕਦੋਂ ਤੱਕ? 2024 ਦੇ ਵੱਡੇ ਕੋਲ ਤੱਕ? ਕੀ ਹੋਵੇ ਤਾਂ ਅੰਦੋਲਨ ਦੀ ਜਿੱਤ ਸਮਝੀ ਜਾਵੇ, ਜੇਤੂ ਘਰ ਆਉਣ, ਤੇ ਕੀ ਹੋ ਜਾਵੇ ਜਾਂ ਸਰਕਾਰ ਕੀ ਕਰ ਦੇਵੇ ਜਾਂ ਕੀ ਨਾ ਕਰੇ ਤਾਂ ਅੰਦੋਲਨ ਦੀ ਹਾਰ। ਇਸ ਅੰਦੋਲਨ ਦੀ ਕਿੰਨੀ ਹੈ ਉਮਰ? ਇਸ ਸਭ ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪਿਆਰੇ ਲਾਲ ਗਰਗ। ਇਸ ਅੰਦੋਲਨ ਨੂੰ ਸਮਝਣ ਵਿੱਚ ਇਹਨਾਂ ਨੇ ਬੜੀ ਮਦਦ ਕੀਤੀ ਹੈ। ਇੱਕ ਲੰਬੇ ਸਮੇਂ ਤੋਂ ਅੰਦੋਲਨ ਦੇ ਨਾਲ ਜੁੜੇ ਤਮਾਮ ਮੁੱਦਿਆਂ ਨਾਲ ਨਜਿੱਠ ਰਹੇ ਨੇ। ਇਹਦੇ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਪਹਿਲੂਆਂ ਨੂੰ ਬੜੀ ਨੇੜਿਓਂ ਵਾਚ ਰਹੇ ਨੇ। ਸਾਡੇ ਨਾਲ ਜੁੜ ਰਹੇ ਨੇ ਕਮਲਜੀਤ ਜੀ। ਕਮਲਜੀਤ ਜੀ CPI-ML ਲਿਬਰੇਸ਼ਨ ਦੇ ਨਾਲ ਜੁੜੇ ਹੋਏ ਨੇ, ਖੱਬੇ ਪੱਖ ਦੇ ਕਾਰਕੁਨ ਨੇ, ਅੰਦੋਲਨ ਦੇ ਨਾਲ ਬੜੀ ਨੇੜਿਓਂ ਜੁੜੇ ਹੋਏ ਨੇ। ਤੇ ਕਮਲਜੀਤ ਜੀ, ਹੁਣ ਤਾਂ ਤੁਸੀਂ ਕਿਸਾਨ ਸੰਸਦ ਵਿੱਚ ਹਿੱਸਾ ਲੈ ਕੇ ਆਏ ਹੋ, ਸੋ ਸਾਬਕਾ ਕਿਸਾਨ ਸੰਸਦ ਮੈਂਬਰ ਕਹਿ ਲਈਏ ਤੁਹਾਨੂੰ, ਬਗੈਰ ਪੈਨਸ਼ਨ ਵਾਲੇ। ਇਹ ਵਾਲੀ 'ਚ ਪੈਨਸ਼ਨਾਂ ਨਹੀਂ ਮਿਲਦੀਆਂ, ਇਹ ਮਾੜੀ ਗੱਲ ਹੈ। ਪਰ ਡਾਕਟਰ ਪਿਆਰੇ ਲਾਲ ਗਰਗ ਜੀ, ਇਹ ਹੁਣ ਇਹ ਸਵਾਲ ਤਾਂ ਲੋਕਾਂ ਦੇ ਮਨ ਵਿੱਚ ਹੈ ਨਾ ਕਿ ਇਹ ਆਲਮੋਸਟ ਇੰਟਰਮੀਨੇਟ ਜਿਹਾ ਹੁੰਦਾ ਜਾ ਰਿਹਾ ਹੈ। ਕਦੀ ਲੱਗਦਾ ਸੀ ਜਦੋਂ 100 ਦਿਨ ਪੂਰੇ ਹੋਏ ਸੀ ਵੀ ਬਹੁਤ ਸਮਾਂ ਹੋ ਗਿਆ, 6 ਮਹੀਨੇ ਪੂਰੇ ਹੋਏ, ਵੱਡੀ ਗੱਲ ਹੋ ਗਈ ਸੀ। ਹੁਣ ਇੰਜ ਨਹੀਂ ਜਾਪਦਾ ਕਿ 8 ਮਹੀਨੇ ਹੋ ਗਏ। ਹੁਣ ਤਾਂ ਇੱਕ ਇਹ ਸਵਾਲ ਲੋਕ ਪੁੱਛਦੇ ਨੇ ਕਿ ਭਾਈ ਕਦੋਂ ਤੱਕ ਚੱਲੇਗਾ? ਤੇ ਲੋਕ ਆਪਣੇ ਮਨਾਂ 'ਚ ਡੈਡਲਾਈਨਾਂ ਲਗਾ ਰਹੇ ਨੇ। ਸ਼ਾਇਦ ਯੂਪੀ ਦੀ ਇਲੈਕਸ਼ਨ ਤੱਕ ਚੱਲ ਜਾਏ, ਸ਼ਾਇਦ ਪੰਜਾਬ ਦੀ ਇਲੈਕਸ਼ਨ ਤੱਕ ਚੱਲ ਜਾਏ, ਕਿ ਤੁਹਾਨੂੰ ਲੱਗਦਾ ਅਗਲੀ ਮੋਦੀ ਦੀ ਇਲੈਕਸ਼ਨ ਤੱਕ ਹੀ ਚੱਲ ਜਾਏਗਾ? ਹਾਊ ਲੌਂਗ? ਦੇਖੋ, ਗੱਲ ਇਹ ਹੈ ਵੀ ਜਿਹੜੇ ਤਾਂ ਲੋਕ ਅੰਦਾਜ਼ਾ ਲਾਉਂਦੇ ਤਾਂ ਪਹਿਲੇ ਦਿਨ ਜਦ ਨਾ ਸੈਕਟਰੀ ਨਾਲ ਮੀਟਿੰਗ ਹੋਣੀ ਸੀ, ਕੁਛ ਤਾਂ ਉਦੋਂ ਅੰਦਾਜ਼ਾ ਲਾਉਂਦੇ ਅੱਜ ਫੈਸਲਾ ਹੋ ਜਾਊਗਾ, ਫਿਰ ਹੌਲੀ ਹੌਲੀ ਲਾਉਣ ਲੱਗ ਗਏ। ਸੋ ਲੋਕਾਂ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ, ਜਿੰਨੀ ਕੁ ਉਹਨਾਂ ਦਾ ਤਜਰਬਾ ਹੈ, ਜਿੰਨੀ ਉਹਨਾਂ ਦੀ ਸੋਚ ਹੈ, ਜਿੰਨੀ ਉਹਨਾਂ ਦੀ ਜੁੜੀ ਹੋਈ ਹੈ, ਉਸ ਤੋਂ ਸੋਚਦੇ ਨੇ। ਪਰ ਅੱਜ ਆਪਾਂ ਉਸ ਦਿਨ ਤੇ ਬੈਠੇ ਹਾਂ ਜਿਸ ਦਿਨ ਇੱਕ ਉਸ ਵਿਅਕਤੀ ਨੇ ਸ਼ਹਾਦਤ ਦਿੱਤੀ ਤੇ ਜਿਹਨੇ 21 ਸਾਲ ਉਡੀਕ ਕਰੀ ਬਦਲਾ ਲੈਣ ਦੀ, ਸਮੁੰਦਰ ਪਾਰ ਕਰਕੇ ਜਾ ਤੇ 21 ਸਾਲ ਬਦਲਾ ਲੈਣ ਦੀ ਆਸ ਦੇ ਵਿੱਚ ਨੌਜਵਾਨ ਸੁਭਾਅ ਨੂੰ ਐਡਰੈਸ ਕਰ ਰਿਹਾ ਹੈ, ਗਦਰ ਪਾਰਟੀ ਜੁਆਇਨ ਕਰ ਰਿਹਾ ਹੈ ਤੇ ਫਿਲਮਾਂ ਬਣਾ ਰਿਹਾ ਹੈ ਗਦਰ ਪਾਰਟੀ ਵਾਸਤੇ, ਫੰਡ ਇਕੱਠਾ ਕਰਨ ਵਾਸਤੇ, ਵਿੱਚ ਦੀ ਜੇਲ੍ਹ ਵੀ ਕੱਟਦਾ 5 ਸਾਲ ਦੀ, ਤੇ 25 ਜਵਾਨਾਂ ਨੂੰ ਉਰੇ ਲੈ ਕੇ ਵੀ ਆਉਂਦਾ ਹੈ। ਅੱਜ ਅਸੀਂ ਉਸ ਦਾ ਦੇਖ ਰਹੇ ਹਾਂ ਜਿਹਨੇ 21 ਸਾਲ ਉਡੀਕ ਕਰਕੇ ਆਪਣਾ ਸਬਰ, ਸਿਦਕ ਤੇ ਸੰਤੋਖ ਰੱਖਿਆ ਤੇ ਆਪਣਾ ਨਿਸ਼ਾਨਾ ਪੂਰਾ ਕਰਿਆ। ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਬਿਲਕੁਲ ਅਸੀਂ ਉਹਨਾਂ ਦੇ ਵਾਰਸ ਹਾਂ। ਸੋ ਇਸ ਅੰਦੋਲਨ ਦਾ ਤੁਸੀਂ ਸਹੀ ਸਵਾਲ ਕਰਿਆ। ਪਹਿਲਾਂ ਪੁੱਛਦੇ ਸੀ ਵੀ ਬੰਗਾਲ ਦੀ ਚੋਣ ਤੋਂ ਬਾਅਦ ਕੀ ਹੋਊ। ਮੈਂ ਕਿਹਾ ਵੀ ਜੇ ਜਿੱਤ ਗਏ, ਕਹਿੰਦੇ ਜੇ ਜਿੱਤਾਂਗੇ ਤਾਂ ਕੁੱਟਾਂਗੇ, ਜੇ ਹਾਰਾਂਗੇ ਤਾਂ ਲੁੱਟਾਂਗੇ। ਉਹਨਾਂ ਦੀ ਤਾਂ ਕੁਐਸਚਨ ਸਾਫ਼ ਹੈ। ਇਹ ਸੀ ਉਹਨਾਂ ਦਾ। ਉਹ ਤੁਹਾਡੇ ਸਾਹਮਣੇ ਉਹ ਹਾਰ ਗਏ ਬੁਰੀ ਤਰ੍ਹਾਂ, ਪਰ ਉਹਨਾਂ 'ਤੇ ਕੋਈ ਅਸਰ ਨਹੀਂ ਹੋਇਆ। ਹੁਣ ਯੂਪੀ ਦੀ ਚੋਣ ਤੇ ਲੋਕਾਂ ਨੂੰ ਹੈਗਾ ਵੀ ਯੂਪੀ ਔਰ ਉੱਤਰਾਖੰਡ ਦੀ ਚੋਣ 'ਚ ਜੇ BJP ਹਾਰ ਜਾਂਦੀ ਹੈ, ਜੋ ਕਿਸਾਨ ਦੀ ਸਟ੍ਰੈਟੇਜੀ ਹੈ, ਫਿਰ ਕੀ ਹੋਏਗਾ? ਹੰਕਾਰ ਜਿੰਨਾ, ਕਹਿੰਦੇ ਰੱਸੀ ਸੜ ਗਈ, ਵੱਟ ਨਹੀਂ ਗਿਆ। ਹੰਕਾਰ ਜਿੰਨਾ ਮਰਜ਼ੀ ਰੱਖਿਆ ਹੋਇਆ ਹੈ, ਉਹ ਬੰਗਾਲ ਦੀ ਚੋਣ ਤੋਂ ਬਾਅਦ ਵੀ ਕਮਜ਼ੋਰ ਹੋਈ ਹੈ BJP। ਉਹਨੂੰ ਆਪਣੇ 2 CM ਬਦਲਨੇ ਪਏ, ਉੱਤਰਾਖੰਡ ਦੇ ਵਿੱਚ ਵੀ ਤੇ ਕਰਨਾਟਕਾ ਦੇ ਵਿੱਚ ਵੀ। ਤੇ ਉਹ ਹੁਣ ਯੂਪੀ ਦੇ ਬਿਹਾਰ ਤੋਂ ਬਾਅਦ, ਯੂਪੀ ਤੇ ਉੱਤਰਾਖੰਡ ਤੋਂ ਬਾਅਦ ਹੋਰ ਕਮਜ਼ੋਰ ਹੋਏਗੀ। ਔਰ ਪੰਜਾਬ ਦੇ ਵਿੱਚ ਕਿਸਾਨੀ ਯੂਪੀ ਤੇ ਉੱਤਰਾਖੰਡ ਤੋਂ ਬਾਅਦ ਹੋਰ ਕਮਜ਼ੋਰ ਹੋਏਗੀ। ਮਤਲਬ ਯੂ ਆਰ ਅਸਿਊਮਿੰਗ ਕਿ BJP ਹਾਰ ਜਾਏਗੀ ਯੂਪੀ ਤੇ ਉੱਤਰਾਖੰਡ ਦੇ ਵਿੱਚ? ਹਾਂ, ਆਈ ਐਮ ਅਸਿਊਮਿੰਗ। ਸੋ ਕਰੋਲਰੀ ਵੀ ਟਰੂ ਹੈ ਕਿ ਜੇ ਯੂਪੀ ਤੇ ਉੱਤਰਾਖੰਡ ਵਿੱਚ ਜਾਂ ਯੂਪੀ ਜਾਂ ਉੱਤਰਾਖੰਡ ਵਿੱਚ BJP ਜਿੱਤ ਜਾਂਦੀ ਹੈ ਤਾਂ ਫਿਰ ਉਹ ਤਕੜੀ ਹੋਏਗੀ, BJP ਤਕੜੀ ਹੋਏਗੀ ਤੇ ਅੰਦੋਲਨ ਦੇ ਉੱਤੇ ਫਿਰ ਨਵੇਂ ਬੱਦਲ ਮੰਡਰਾਣਗੇ। ਹਾਂ,
ਤੇ ਪੰਜਾਬ ਦੇ ਵਿੱਚ ਉਹਦੀ ਡੈਫੀਨਿਟਲੀ ਵੋਟ ਘਟੇਗੀ ਪਹਿਲਾਂ ਨਾਲੋਂ, ਕਿਉਂਕਿ ਕਿਸਾਨ ਦਾ ਸਿੱਧੀ ਸਟ੍ਰੈਟਜੀ ਹੈ। ਬੀਜੇਪੀ ਲਈ ਪੋਲੀਟੀਕਲੀ ਇਨਸਿਗਨੀਫੀਕੈਂਟ ਨਾ ਇਨਸਿਗਨੀਫੀਕੈਂਟ, ਉਹ 117 ਸੀਟਾਂ ਦੀ ਅੱਜ ਵੀ ਕਲੇਮ ਕਰ ਰਹੇ ਸੀ। ਸਿਗਨੀਫੀਕੈਂਸ ਇਹਦੀ ਇਹ ਹੈ ਕਿ ਜਿਹੜੀ ਅੰਦੋਲਨ ਦੀ ਜੜ ਮੰਨੀ ਜਾਂਦੀ ਹੈ ਬੀਜੇਪੀ ਵੱਲੋਂ, ਉਹ ਪੰਜਾਬ ਨੂੰ ਮੰਨਿਆ ਜਾਂਦਾ ਹੈ। ਜੇ ਪੰਜਾਬ 'ਚ ਬੀਜੇਪੀ ਦੀ 2% ਵੋਟ ਵੀ ਘਟਦੀ ਹੈ ਤਾਂ ਬੀਜੇਪੀ ਤੇ ਵੱਡੀ ਸੱਟ ਹੈ। ਓਕੇ, ਇਹ ਹੁਣ ਜਦ ਇਹ ਹੋ ਜਾਂਦਾ ਜੋ ਤੁਸੀਂ ਕਿਹਾ ਵੀ ਜੇ ਜਿੱਤ ਜਾਂਦੇ ਨੇ ਤਾਂ ਥੋੜੇ ਤਕੜੇ ਮਹਿਸੂਸ ਕਰਨਗੇ, ਹਾਰ ਜਾਂਦੇ ਨੇ ਤਾਂ ਪਸਤ ਮਹਿਸੂਸ ਕਰਨਗੇ, ਪਰ ਇਹ ਜਿੱਤਣ ਹਾਰਨ ਨਾਲ ਇਹਨਾਂ ਨੇ ਇਹ ਵਾਪਸ ਨਹੀਂ ਲੈਣੇ ਕਾਨੂੰਨ। ਕਿਉਂ ਨਹੀਂ ਲੈਣੇ? ਕਿਉਂਕਿ ਇਹ ਕਹਿੰਦੇ ਜਿਹਦੀ ਖਾਮਾ ਬਾਜਰੀ ਉਹਦੀ ਪਰਾਂ ਹਾਜ਼ਰੀ। ਇਹ ਕਾਰਪੋਰੇਟ ਦੇ ਪੱਖੀ ਸਾਰੀ ਗੱਲ ਕਿਉਂ ਨਹੀਂ ਲੈਣੇ ਤੇ ਆਪਾਂ ਆ ਜਾਂਦੇ ਆ, ਪਰ ਇਹਦਾ ਮਤਲਬ ਹੈ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲੈਣੇ ਉਦੋਂ ਤੱਕ ਅੰਦੋਲਨ ਖੜਾ ਹੈ। ਦੇਖੋ ਅੰਦੋਲਨ ਦੇ ਕੋਲ ਰਸਤਾ ਹੀ ਕੋਈ ਨਹੀਂ। ਅੰਦੋਲਨ ਮੇਰਾ ਤਾਂ ਸਵਾਲ ਪਹਿਲਾਂ ਉਹੀ ਹੈ, ਫਿਰ ਕਦੋਂ ਤੱਕ ਅੰਦੋਲਨ ਖੜਾ ਹੈ? ਮੈਂ ਇਹ ਕਹਿਣਾ ਅੰਦੋਲਨ ਨੇ ਇੰਨਾ ਕੁਝ ਇਨਪੁਟ ਕਰਤਾ। ਮੈਂ ਪਹਿਲੇ ਉਦਾਹਰਨ ਦਿੱਤੀ 21 ਸਾਲ ਨਹੀਂ, ਉਹ ਤੁਸੀਂ ਬੜੀ ਡਰਾਉਣ ਵਾਲੀ ਦਿੱਤੀ ਹੈ, ਦੈਟ ਟੂ ਲੌਂਗ ਅ ਵੇਟ। ਤੇ ਵੀ ਜਿਹੜੇ ਅੰਦੋਲਨ 'ਚ ਇੰਨਾ ਕੁਝ ਇਨਪੁਟ ਹੋ ਗਿਆ, ਹਰ ਔਰਤ ਹਰ ਮਰਦ, ਤੁਸੀਂ ਕਿਸੇ ਘਰ 'ਚ ਜਾ ਰਹੋ ਅੱਜ ਪੰਜਾਬ ਦੇ, ਸਟੇਕ ਬਹੁਤ ਵੱਧ ਚੁੱਕਿਆ ਹੈ। ਨਹੀਂ ਉਹ ਵੀ ਪੰਜਾਬ ਦੇ ਕਿਸੇ ਘਰ ਜਾ ਰਹੋ, ਚੰਡੀਗੜ੍ਹ 'ਚ ਜਾ ਰਹੋ, ਤੁਸੀਂ ਦਫ਼ਤਰ 'ਚ ਜਾ ਰਹੋ, ਕਿਸੇ ਨਾਲੇ ਦੀ ਦੁਕਾਨ ਤੇ ਜਾ ਰਹੋ, ਉੱਥੇ ਗੱਲ ਹੋ ਰਹੀ ਹੈ ਅੰਦੋਲਨ ਦੀ। ਜਦ ਇਹ ਅੰਦੋਲਨ ਘਰ ਘਰ ਦਾ ਹੋ ਗਿਆ, ਦੂਜੇ ਇਹਦੇ ਵਿੱਚ ਕੀ ਔਰਤਾਂ, ਬੱਚੇ, ਬਜ਼ੁਰਗ, ਮਰਦ ਸਾਰੇ ਸ਼ਾਮਲ ਹੋ ਗਏ, ਸਾਰਾ ਅਰਥਚਾਰੇ 'ਚ ਲੱਗਿਆ, ਫਸਲਾਂ ਵੀ ਬੀਜੀਆਂ ਜਾ ਰਹੀਆਂ ਨੇ, ਕੱਟੀਆਂ ਜਾ ਰਹੀਆਂ। ਇੱਕ ਮਿੰਟ ਬਸ। ਤੇ ਉਹਦੇ ਵਿੱਚ ਇੰਨਾ ਇਨਪੁਟ ਹੋ ਗਿਆ ਕਿ ਅੱਜ ਕਿਸਾਨੀ ਦਾ ਸੱਚੀ ਮੁੱਚੀ ਇਸ ਬਿਨਾਂ ਸਰਨਾ ਨਹੀਂ ਕਿ ਡਰਦੇ ਨਹੀਂ ਮੋਦੀ ਦੀ ਘੁਰਕੀ ਤੋਂ, ਧੂ ਖਿੱਚ ਲਿਆਵਾਂਗੇ ਕੁਰਸੀ ਤੋਂ, ਇਸ ਤੋਂ ਬਿਨਾਂ ਕੰਮ ਹਟਣਾ ਨਹੀਂ। ਕਮਲਜੀਤ ਜੀ, ਤੁਸੀਂ ਪੋਲੀਟੀਕਲ ਕਾਰਕੁਨ ਹੋ ਤੇ ਪੋਲੀਟੀਕਲ ਕਾਰਕੁਨ ਜਿਹੜਾ ਉਹ ਰੀਅਲ ਪੋਲਿਟਿਕਸ ਦੀ ਦੁਨੀਆ ਵਿੱਚ ਰਹਿੰਦਾ, ਇੱਕ ਪ੍ਰੈਗਮੈਟਿਜ਼ਮ ਵੀ ਹੁੰਦਾ ਹੈ ਨਾ। ਮੈਂ ਆਈ ਐਮ ਯੂਜ਼ਿੰਗ ਦਾ ਟਰਮ ਰੀਅਲ ਪੋਲਿਟਿਕ ਉਹਦੀ ਮੈਕੈਵਲੀਅਨ ਸੈਂਸ ਦੇ ਵਿੱਚ ਹੈ ਨਾ, ਆਲਮੋਸਟ ਸਿੰਸ ਯੂ ਆਰ ਚਾਣਕਿਆ ਸੈਂਸ ਜਿਹੜੀ ਹੁੰਦੀ ਹੈ ਥਿਊਸੀਡਾਈਡਸ ਵਾਲੀ। ਤੇ ਮੈਨੂੰ ਇਹ ਦੱਸੋ ਕਿ ਇਹ ਅੰਦੋਲਨ ਦਾ ਕੋਈ ਤਾਂ ਪ੍ਰੈਗਮੈਟਿਜ਼ਮ ਦੇ ਪ੍ਰਿਜ਼ਮ ਵਿੱਚੋਂ ਅਸੀਂ ਦੇਖ ਕੇ ਦੱਸਾਂਗੇ ਨਾ ਕਿ ਹਾਊ ਫਾਰ ਆਫਟਰ ਆਲ ਜਿਹੜੀਆਂ ਪੀਪਲਸ ਮੂਵਮੈਂਟਸ ਹੁੰਦੀਆਂ ਨੇ, ਇਹਨਾਂ ਦੇ ਲਿਮਿਟਿਡ ਰਿਸੋਰਸਿਸ ਹੁੰਦੇ ਨੇ, ਜੋਸ਼ ਠਾਠਾ ਮਾਰ ਸਕਦਾ, ਵਲਵਲੇ ਬਹੁਤ ਹੋ ਸਕਦੇ ਨੇ, ਪਰ ਰਿਸੋਰਸਿਸ ਚਾਹੀਦੇ ਹੁੰਦੇ ਨੇ। ਤੇ ਫਿਰ ਕਿਸਾਨਾਂ ਦੀ, ਸਰਕਾਰਾਂ ਦੀ ਬਰੂਟਲ ਹੋ ਜਾਣ ਦੀ ਇੱਕ ਕਪੈਸਿਟੀ ਹੁੰਦੀ ਹੈ, ਉਹਨਾਂ ਨੂੰ ਇੱਕ ਵਿੰਡੋ ਚਾਹੀਦੀ ਹੁੰਦੀ ਹੈ, ਇੱਕ ਮੌਕਾ ਚਾਹੀਦਾ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਜੇ ਅੰਦੋਲਨ ਇਸ ਤਰੀਕੇ ਨਾਲ ਪੁਸ਼ ਕਰੇਗਾ ਤਾਂ ਇੱਕ ਪੁਸ਼ ਬੈਕ ਆ ਸਕਦਾ ਵੱਡਾ, ਇੱਕ ਫਲੈਸ਼ ਪੁਆਇੰਟ ਇਮਰਜ ਕਰ ਸਕਦਾ। ਜੇ ਇਹ ਪ੍ਰੀ ਪੋਲ ਵੀ ਹੋ ਸਕਦਾ, ਪੋਸਟ ਪੋਲ ਵੀ ਹੋ ਸਕਦਾ। ਜੇ ਬੀਜੇਪੀ ਜਿੱਤਦੀ ਹੈ ਤਾਂ ਪੋਸਟ ਪੋਲ ਬਹੁਤ ਵੱਡਾ ਫਲੈਸ਼ ਪੁਆਇੰਟ ਆ ਸਕਦਾ। ਤੇ ਉਹ ਫਲੈਸ਼ ਪੁਆਇੰਟ ਕੀ ਪੋਸੀਬਲ ਵਾਇਲੈਂਸ ਵੀ ਹੋ ਸਕਦੀ ਹੈ, ਸਰਕਾਰ ਦਾ ਧੱਕੇ ਨਾਲ ਅੰਦੋਲਨ ਨੂੰ ਵਲੇਟ ਦੇਣ ਦਾ ਇੱਕ ਤਰੀਕਾ ਵੀ ਹੋ ਸਕਦਾ। ਤੇ ਜੇ ਉਹ ਨਹੀਂ ਸਕਸੀਡ ਕਰਦਾ, ਮੰਨ ਲਓ ਸਰਕਾਰ ਅਜਿਹਾ ਨਹੀਂ ਕਰਦੀ ਇਹਦੇ ਵਿੱਚ ਵੀ, ਕਿਉਂਕਿ ਕਾਸਟ ਵੀ ਬਹੁਤ ਹੈ, ਆਫਟਰ ਆਲ ਕਿਸਾਨ ਬਹੁਤ ਵੱਡਾ ਡੈਮੋਗ੍ਰਾਫਿਕ ਨੇ, ਤਾਂ ਫਿਰ ਹਾਊ ਫਾਰ ਅੰਦੋਲਨ ਟਿਲ 2024? ਮੈਨੂੰ ਤਾਂ ਇਹ ਲੱਗਦਾ ਕਿ ਜੋ ਇਸ ਵੇਲੇ ਪੰਜਾਬ ਦੇ ਲੋਕਾਂ ਦਾ ਰੌਂ ਹੈ ਇਸ ਅੰਦੋਲਨ ਨੂੰ ਚਲਾਉਣ ਦੇ ਮਾਮਲੇ 'ਚ, ਉਹ ਰੌਂ ਤੈਅ ਕਰ ਰਿਹਾ ਹੈ। ਇਹਦੀ ਲੈਂਥ ਜਿਹੜੀ ਹੈਗੀ ਹੈ, ਜੇ ਇਹ ਕੱਲਾ ਕਿਸੇ ਕੁਝ ਲੋਕਾਂ ਵੱਲੋਂ ਪਲਾਨ ਕੀਤਾ ਜਾਣਾ ਹੁੰਦਾ ਤਾਂ ਜ਼ਰੂਰ ਉਹ ਤੁਹਾਡੇ ਵਾਲਾ ਫੈਕਟਰ ਜਿਹੜਾ ਹੈਗਾ ਰਿਸੋਰਸ, ਉਹ ਮੈਟਰ ਕਰਨਾ ਸੀ। ਅੱਜ ਪੰਜਾਬ ਦੇ ਲੋਕਾਂ ਦਾ ਰੌਂ ਬੇਸਿਕਲੀ ਉਹ ਫੈਕਟਰ ਹੈ, ਤੇ ਉਹ ਰੌਂ ਲੜਾਈ ਵਾਲਾ ਹੈ, ਉਹ ਰੌਂ ਹਾਰਨ ਦੇ ਮੂਡ ਦੇ ਵਿੱਚ ਕਿਤੇ ਹੈ ਨਹੀਂਗਾ। ਸੋ ਜਦੋਂ ਤੱਕ ਇਹ ਰੌਂ ਹਾਰਨ ਲਈ ਤਿਆਰ ਨਹੀਂ, ਇਹ ਅੰਦੋਲਨ ਚੱਲੇਗਾ। 2022 ਲਿਮਿਟ ਨਹੀਂ, 2024 ਵੀ ਕੋਈ ਲਿਮਿਟ ਨਹੀਂ, 2024 ਵੀ ਕੋਈ ਲਿਮਿਟ ਨਹੀਂ ਜੀ। ਕਿਉਂਕਿ ਇਹ ਵੀ ਕਿਤੋਂ ਤੈਅ ਨਹੀਂ ਹੈ ਕਿ ਜਿਹੜੀਆਂ ਮੰਨ ਲਓ 2024 ਬੀਜੇਪੀ ਹਾਰ ਜਾਂਦੀ ਹੈ ਜੀ, ਉਸ ਤੋਂ ਬਾਅਦ ਜਿਹੜੀਆਂ ਕਿਸੇ ਵੀ ਪਾਰਟੀ ਦੀ ਸਰਕਾਰ ਆਂਦੀ ਹੈ, ਕਿ ਉਹਦੇ ਤੇ ਸੇਮ ਓਬਲੀਗੇਸ਼ਨਾਂ ਨਹੀਂ ਹੋਣਗੀਆਂ WTO ਦੀਆਂ, ਕਿ ਉਹ ਇਹ ਜੁਰਤ ਅੰਦੋਲਨ ਨੇ ਕਹਿ ਹੀ ਰਿਹਾ ਕਿ ਇਹਨਾਂ ਪਾਰਟੀਆਂ ਦਾ ਇਕਨੋਮਿਕ ਅਪਰੋਚ ਸਿਮਿਲਰ ਹੈ। ਜੀ ਬਿਲਕੁਲ, ਉਹ ਹੈ ਵੀ, ਮਤਲਬ ਸਿਰਫ ਅੰਦੋਲਨ ਨੇ ਹੁਣ ਮਤਲਬ ਉਸ ਨੂੰ ਮੁਖਰ ਕਹਿਣ ਦੀ ਕੋਸ਼ਿਸ਼ ਕੀਤੀ ਹੈ ਮੁਖਰਤਾ ਨਾਲ, ਅਦਰਵਾਈਜ਼ ਉਹ ਪਹਿਲਾਂ ਵੀ ਬਹੁਤ ਚੰਗੀ ਤਰ੍ਹਾਂ ਗਿਆਨ ਹੈ ਲੋਕਾਂ ਨੂੰ ਕਿ ਕਿਸੇ ਦੀ ਵੀ ਜਿਹੜੀ ਆਰਥਿਕ ਨੀਤੀ ਹੈ ਉਹ ਇਹ ਨਹੀਂ। ਇਹ ਸਿਰਫ ਇੰਨਾ ਹੋਇਆ, ਪਿੱਛੇ ਅਸੀਂ ਚਰਚਾ ਕਰ ਰਹੇ ਸੀ, ਜਿੰਨੇ ਕਮਿਸ਼ਨ ਬਣੇ ਐਜੂਕੇਸ਼ਨ ਇਹਨੂੰ ਐਗਰੀਕਲਚਰ ਨੂੰ ਲੈ ਕੇ, ਸਾਰੇ ਕਮਿਸ਼ਨਾਂ ਨੇ, ਸਾਰੀਆਂ ਕਮੇਟੀਆਂ ਨੇ ਆਲਮੋਸਟ ਇਹ ਰეკਮੈਂਡੇਸ਼ਨ ਕਿ ਜਿਹੜਾ ਇਹ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਇਹਨੂੰ ਅਮੈਂਡ ਕਰੋ, ਇਹ ਪਾਈ ਹੀ ਪਾਈ। ਬਿਲਕੁਲ ਬਿਲਕੁਲ। ਸਿਰਫ ਇਹ ਸੀ ਕਿ ਕਿਸੇ ਵੀ ਸਰਕਾਰ ਦੀ ਇਹ ਹਿੰਮਤ ਨਹੀਂ ਸੀ ਕਿ ਇਹਨੂੰ ਲਾਗੂ ਕਰ ਦਿੰਦੇ। ਇਹਦੇ ਲਈ 303 ਵਾਲੀ ਮੈਜੋਰਟੀ ਵਾਲੀ ਸਰਕਾਰ ਚਾਹੀਦੀ ਸੀ, ਦੀ ਮੈਜੋਰਟੀ ਜਿਹੜੀ ਹੈਗੀ ਤੇ ਜਿੰਨੇ ਵੀ ਕਰਨਾ ਸੀ ਰਿਐਕਸ਼ਨ ਇਹੀ ਆਣਾ ਸੀ, ਬਾਕੀ ਰਿਐਕਸ਼ਨ ਲਈ ਤਿਆਰ ਨਹੀਂ ਸੀ। ਬੀਜੇਪੀ ਕੋਲ ਜਿਹੜਾ ਉਹਨਾਂ ਦਾ ਫੰਡ ਹੈ, ਜਿਹੜਾ ਉਹਨਾਂ ਦਾ ਕਾਰਡ ਹੈ ਬੇਸਿਕਲੀ, ਵੀ ਲੋਕਾਂ ਦੇ ਇੱਕ ਹਿੱਸੇ ਨੂੰ ਲੋਕਾਂ ਦੇ ਦੂਜੇ ਹਿੱਸੇ ਦੇ ਖਿਲਾਫ ਲੜਾ ਕੇ ਕੁਝ ਵੀ ਕਰ ਦੋ, ਲੋਕਾਂ ਨੂੰ ਆਪਦੇ ਆਪ ਪੈਰ ਤੇ ਖੜਾ ਮਾਰਨ। ਅੰਦੋਲਨ ਨੇ ਜੇ ਲੰਬੇ ਸਮੇਂ ਤੱਕ ਚੱਲਣਾ ਤਾਂ ਫਿਰ ਇਹ ਤੇ ਨਜ਼ਰ ਮਾਰਨੀ ਪਏਗੀ ਕਿ ਅੰਦੋਲਨ ਨੂੰ ਡਰਾਈਵ ਕੌਣ ਕਰ ਰਿਹਾ। ਇਸ ਅੰਦੋਲਨ ਨੂੰ ਪ੍ਰਾਡੋ ਵਾਲਾ, ਮਹਿੰਗੀਆਂ ਗੱਡੀਆਂ ਵਾਲਾ, ਟਰੈਕਟਰ ਟਰਾਲੀਆਂ ਵਾਲਾ ਕਿਸਾਨ ਡਰਾਈਵ ਕਰ ਰਿਹਾ, ਤੇ ਇਸ ਅੰਦੋਲਨ ਨੂੰ
ਗਰੀਬ, ਬਹੁਤ ਥੋੜੀ ਭੋਏ ਵਾਲਾ, ਦੋਨੋਂ ਬਹੁਤ ਨੇ। ਘੱਟ ਇਨਕਮ ਵਾਲਾ, ਦਲਿਤ ਤੇ ਲੈਂਡਲੈਸ ਲੇਬਰ ਵੀ ਡਰਾਈਵ ਕਰ ਰਿਹਾ। ਸੋ ਦੋ ਸੈਕਸ਼ਨਸ ਡਰਾਈਵ ਕਰਦੇ ਨੇ। ਜੇ ਦੋ ਸੈਕਸ਼ਨਸ ਡਰਾਈਵ ਕਰਦੇ ਨੇ ਤਾਂ ਇੱਕ ਸੈਕਸ਼ਨ ਜਿਹੜਾ ਤੁਸੀਂ ਕਹਿੰਦੇ ਹੋ ਵੀ ਹੁਣ ਹਾਰਨ ਦਾ, ਲੜਨ ਦੀ, ਮਤਲਬ ਇੱਕ ਪ੍ਰਾਈਡ ਦਾ ਮਾਮਲਾ ਆ ਗਿਆ। ਮੈਂ ਇਹ ਕਹਿੰਦਾ ਦੂਸਰਾ ਸੈਕਸ਼ਨ ਡਰਿਆ ਹੋਇਆ ਵੀ ਤੁਸੀਂ ਜ਼ਮੀਨਾਂ ਖੋਵੋਗੇ, ਜੋ ਹੈਗਾ ਉਹ ਵੀ ਖੋਵੋਗੇ। ਹਾਂ, ਮੈਂ ਇਹ ਕਹਿ ਰਿਹਾ ਕਿ ਬੇਸਿਕਲੀ ਇੱਕ ਦੋ ਭਾਵਨਾਵਾਂ ਨੇ ਜਿਹੜੀਆਂ ਇਸ ਨੂੰ ਡਰਾਈਵ ਕਰ ਰਹੀਆਂ ਨੇ, ਦੋ ਰੌਂ ਨੇ ਜਿਹੜੇ ਮਿਲ ਕੇ ਇੱਕ ਰੌਂ ਬਣਿਆ ਹੋਇਆ। ਉਹ ਦੋ ਰੌਂ ਕੀ ਨੇ? ਇੱਕ ਰੌਂ ਇਹ ਹੈ ਕਿ ਸਾਡਾ ਵਕਾਰ, ਉਹ ਦਾਅ ਤੇ ਹੈ, ਸਵੈਮਾਨ ਤੇ ਹਮਲਾ, ਸਾਡੀ ਹੋਂਦ ਤੇ ਹਮਲਾ। ਇੱਕ ਇਸ ਕਿਸਮ ਦੀ ਆਰਟੀਕੂਲੇਸ਼ਨ ਹੈ ਜਿਹਦੇ ਕਰਕੇ ਤੁਹਾਨੂੰ ਬਹੁਤ ਸਾਰੇ ਲੋਕ ਐਸੇ ਦਿਖਣਗੇ ਜਿਹੜੇ ਤੁਹਾਨੂੰ ਲੱਗਦਾ ਵੀ ਅਦਰਵਾਈਜ਼ ਸਰਦੇ ਪੁੱਛਦੇ ਨੇ, ਲੇਕਿਨ ਅੰਦੋਲਨ ਵਾਸਤੇ ਉਹ ਦਿਨ ਰਾਤ ਇੱਕ ਕਰੀ ਜਾ ਰਹੇ ਨੇ। ਸੋ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਸਵੈਮਾਨ ਤੇ, ਆਪਣੀ ਹੋਂਦ ਤੇ ਹਮਲਾ ਮਹਿਸੂਸ ਹੋਇਆ। ਇੱਕ ਹੋਰ ਹਿੱਸਾ ਹੈ ਜਿਹੜਾ ਬਿਲਕੁਲ, ਮਤਲਬ ਤੁਸੀਂ ਐ ਸਮਝੋ ਵੀ ਬੁਝੀਆਂ ਹੋਈਆਂ ਅੱਖਾਂ ਵਾਲਾ ਤੇ ਕੰਬਦੇ ਹੱਥਾਂ ਵਾਲਾ, ਜਿਹੜਾ ਦਬਿਆ ਕੁਚਲਾ ਕਿਸਾਨ ਹੈ, ਇੱਕ ਉਹ ਹਿੱਸਾ ਵੀ ਉੱਥੇ ਬੈਠਾ ਹੈ ਜਿਹਦੇ ਮੰਜੇ ਥੱਲੇ ਪਾਣੀ ਹੈ ਤੇ ਉੱਤੇ ਬੈਠਾ ਹੈ ਉਹ ਅੱਜ ਵੀ। ਸੋ ਦੋਨੋਂ ਹਿੱਸਿਆਂ ਦੀ ਅਲੱਗ-ਅਲੱਗ ਚੀਜ਼ਾਂ ਡਰਾਈਵ ਕਰ ਰਹੀਆਂ ਨੇ। ਉਹਦੇ ਮੂਰੇ ਫਿਊਚਰ ਦੀ ਅਨਸਰਟਨਟੀ ਹੈ। ਕੱਲ ਨੂੰ ਕੀ ਹੋਊਗਾ, ਭਵਿੱਖ ਕੀ ਹੋਊਗਾ, ਸਾਡੇ ਕੋਲ ਜ਼ਮੀਨ ਨਾ ਰਹੀ ਤਾਂ ਅਸੀਂ ਕੀ ਕਰਾਂਗੇ। ਇੱਕ ਦਾ ਪ੍ਰਾਈਡ ਹੈ, ਇੱਕ ਦਾ ਡਰ ਹੈ। ਜੀ ਹਾਂ, ਇਹ ਫੀਅਰ ਤੇ ਪ੍ਰਾਈਡ, ਇਹ ਡਰ ਤੇ ਪ੍ਰਾਈਡ ਦੀ ਜਿਹੜੀ ਕੰਬੀਨੇਸ਼ਨ ਹੈ, ਇਹੀ ਇਸ ਮੂਵਮੈਂਟ ਨੂੰ ਡਰਾਈਵ ਕਰ ਰਿਹਾ। ਤੇ ਇਹ ਐਸਾ ਕੰਬੀਨੇਸ਼ਨ ਹੈ ਜਿਹੜਾ ਅਦਰਵਾਈਜ਼ ਸ਼ੇਅਰ ਮਾਰਕੀਟ ਡਰਾਈਵ ਕਰਦਾ ਹੁੰਦਾ ਸੀ। ਉੱਥੇ ਕਹਿੰਦੇ ਗਰੀਡ ਐਂਡ ਫੀਅਰ ਮਾਰਕੀਟ। ਇਹ ਅੰਦੋਲਨ ਜਿਹੜਾ ਹੈਗਾ ਇਹ ਪ੍ਰਾਈਡ ਐਂਡ ਫੀਅਰ ਮਾਰਕੀਟ ਹੈ। ਗੁਰ ਸਾਹਿਬ ਪਹਿਲਾਂ ਇਹ ਕਹਿ ਰਹੇ ਸੀਗੇ ਕਿ ਅੰਦੋਲਨ ਦੇ ਵਿੱਚ ਜਿਸ ਵੇਲੇ ਰੀਅਲ ਪੋਲਿਟਿਕ ਅੰਦੋਲਨ ਦੇ ਵਿੱਚ ਵੜੇਗੀ ਜਾਂ ਅੰਦੋਲਨ ਨੂੰ ਰੀਅਲ ਪੋਲਿਟਿਕਸ ਦੇ ਵਿੱਚ ਵੜਨਾ ਪਏਗਾ। ਇਲੈਕਸ਼ਨ ਆ ਗਈਆਂ ਜੀ, ਹੁਣ ਕਿਸਾਨ ਨੇਤਾ ਦੱਸਣ ਜੀ ਅਸੀਂ ਕਿਸ ਨੂੰ ਵੋਟ ਪਾਈਏ ਜੀ, ਜਾਂ ਕਿਸਾਨ ਨੇਤਾ ਆਪਣੀ ਕੋਈ ਪਾਰਟੀ ਬਣਾ ਲੈਣ ਜਾਂ ਇਲੈਕਸ਼ਨਾਂ ਵਿੱਚ ਕੁੱਦ ਪੈਣ। ਇਹਦੇ ਤੇ ਵਿਦਿਨ ਦਾ ਅੰਦੋਲਨ ਵੀ ਕਾਫੀ ਵਿਚਾਰਾਂ ਦੇ ਭੇੜ ਵੀ ਹੋਇਆ ਤੇ ਅੰਦਰ ਕੋਈ ਸਪਲਿਟ ਵੀ ਹੋਏਗੀ। ਇਹ ਅੰਦੋਲਨ ਦੀ ਆਪਣੀ ਲੀਡਰਸ਼ਿਪ ਦੀ ਕੁਵਤ ਹੈ ਕਿ ਉਹ ਸਪਲਿਟ ਉਭਰ ਕੇ ਬਾਹਰ ਨਹੀਂ ਆਈ। ਜੇ ਆਈ ਹੈ ਤਾਂ ਬੜੇ ਥੋੜੇ ਜਿਹੇ ਹਿੱਸੇ ਦੇ ਵਿੱਚ ਆਈ ਹੈ। ਸੋ ਤੁਹਾਨੂੰ ਜਾਪਦਾ ਹੈ ਜਿਸ ਵੇਲੇ ਇਲੈਕਸ਼ਨ ਤੇ ਅੰਦੋਲਨ ਭਿੜਨਗੇ ਤਾਂ ਉਹ ਵੀ ਅੰਦੋਲਨ ਦੀ ਉਮਰ ਤੈਅ ਕਰੇਗਾ। ਇਸ ਵਾਰੀ ਹੋ ਸਕਦਾ ਨਾ ਭਿੜਨ, ਯੂਪੀ ਵਾਰੀ ਜੇ ਭਿੜਨਗੇ ਤਾਂ ਫਿਰ ਉਸ ਵੇਲੇ ਤੈਅ ਹੋ ਸਕਦੀ ਹੈ। ਉਸ ਤੋਂ ਅਗਲੀਆਂ ਇਲੈਕਸ਼ਨਾਂ ਆਉਣੀਆਂ ਨੇ, ਇੱਕ ਲੰਬਾ ਇਲੈਕਸ਼ਨਾਂ ਦਾ ਦੌਰ ਹੈ 2024 ਤੱਕ। ਦੇਖੋ, ਅੰਦੋਲਨ ਦੀ ਉਮਰ ਤੈਅ ਕਰਨ ਵਾਸਤੇ ਇਲੈਕਸ਼ਨਾਂ ਜਾਂ ਹੋਰ ਘਟਨਾਵਾਂ, ਇਲੈਕਸ਼ਨ 'ਚ ਵੱਡਾ ਹੈ, ਠੀਕ ਹੈ ਜੀ, ਕੋਈ ਸ਼ੱਕ ਨਹੀਂ ਹੈ। ਪਰ ਬਾਕੀ ਘਟਨਾਵਾਂ, ਟੈਰੋਰਿਜ਼ਮ ਕਰਨਾ, ਡਿਵਾਈਡ ਕਰਨਾ, ਲੋਕਾਂ ਨੂੰ ਧੱਕੇ ਨਾਲ ਉਠਾਉਣ ਦੀ ਗੱਲ ਕਰਨੀ, ਹੁਣੀ ਜਿਵੇਂ ਵਪਾਰੀਆਂ ਤੋਂ ਲਗਾ ਕੇ ਦਿੱਤਾ ਹੈ ਕਿ ਜੀ ਸਾਡਾ ਤਾਂ ਇੰਨਾ ਲਾਸ ਹੋ ਗਿਆ, ਜਦ ਕਿ ਕਾਰਖਾਨੇ ਤਾਂ ਉਂਝ ਬੰਦ ਹੋਏ ਨੇ, ਬਾਕੀ ਜਗ੍ਹਾ ਤੇ ਕਿਹੜੇ ਹੋਏ ਨਹੀਂ। ਸੋ ਇਹੋ ਜਿਹੀਆਂ ਟੈਕਟਿਕਸ ਚੱਲਦੇ ਰਹਿੰਦੇ ਨੇ। ਇਲੈਕਸ਼ਨਾਂ ਇੱਕ ਵੱਡਾ ਚੈਲੰਜ ਸੀ, ਕੋਈ ਸ਼ੱਕ ਨਹੀਂ ਹੈ। ਇਹ ਚੁਣੌਤੀ ਸੀ ਤੇ ਚੁਣੌਤੀ ਇਹ ਯੂਪੀ 'ਚ, ਉੱਤਰਾਖੰਡ 'ਚ ਤੇ ਗੋਆ 'ਚ ਜਾਂ ਮਨੀਪੁਰ 'ਚ ਕੋਈ ਚੁਣੌਤੀ ਦੀ ਗੱਲ ਨਹੀਂ ਸੀ। ਵੱਡੀ ਚੁਣੌਤੀ ਸੀਗੀ ਪੰਜਾਬ 'ਚ, ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਰੂਲ ਹੀ ਨਹੀਂ ਕਰ ਰਹੀ, ਨਾ ਬੀਜੇਪੀ ਕੋਈ ਐਡੀ ਵੱਡੀ ਫੋਰਸ ਹੈ ਜਿਹਦੇ ਵਾਸਤੇ ਬਹੁਤ ਜ਼ੋਰ ਲਾਉਣਾ ਪਵੇ। ਤੇ ਇੱਥੇ ਵੱਡੀ ਚੁਣੌਤੀ ਸੀ ਤੇ ਇੱਥੋਂ ਦੇ, ਕਿਉਂਕਿ ਅੰਦੋਲਨ ਸ਼ੁਰੂ ਇੱਥੋਂ ਹੋਇਆ, ਅੱਜ ਭਾਵੇਂ ਉਹ ਆਲ ਇੰਡੀਆ ਕਰੈਕਟਰ ਹੈ, ਇੱਥੇ ਇੱਕ ਬੜਾ ਦਬਾਅ ਵੀ ਸੀ ਆਮ ਲੋਕਾਂ ਦਾ। ਉਹੀ ਜਿਵੇਂ ਇੱਕ ਰਿਐਕਸ਼ਨ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਫਸਟ ਬਲਸ਼ ਦੇ ਵਿੱਚ ਦੇਖਣ ਨੂੰ ਐਂ ਲੱਗਦਾ ਹੈ ਵੀ ਹਾਂਜੀ ਇਹ ਹੋਣਾ ਚਾਹੀਦਾ ਹੈ। ਉਹ ਕੋਈ ਮੰਦੀ ਭਾਵਨਾ ਨਹੀਂ ਹੁੰਦੀ, ਚੰਗੀ ਭਾਵਨਾ ਨਾਲ ਹੁੰਦਾ ਹੈ। ਉਹਦੇ ਵਿੱਚੋਂ ਕੁਝ ਲੀਡਰ ਵੀ ਇਸ ਤਰ੍ਹਾਂ ਦੀ ਭਾਵਨਾ 'ਚ ਆ ਜਾਂਦੇ ਨੇ, ਉਹਨਾਂ ਨੂੰ ਵੀ ਲੱਗਦਾ ਹਾਂ ਯਾਰ ਇਹ ਹੋਣਾ ਚਾਹੀਦਾ। ਪਰ ਜਦ ਅਸੀਂ ਇਹਨੂੰ ਸੋਚਦੇ ਸਮਝਦੇ ਹਾਂ, ਜਿਹੜੀਆਂ 32 ਕਿਸਾਨ ਜਥੇਬੰਦੀਆਂ, ਜਦ ਸੰਯੁਕਤ ਕਿਸਾਨ ਮੋਰਚਾ ਹੈ, ਜਦ ਉਸ ਨੂੰ ਪੂਰਾ ਦਿਮਾਗ ਲਾ ਕੇ ਸੋਚਦਾ ਹੈ, ਇੱਕ ਦੂਜੇ ਦੇ ਐ ਪੂਰਾ ਜਿੱਦ ਕਰਕੇ ਗੱਲ ਕਰਦਾ, ਕਮਲਜੀਤ ਨੂੰ ਜ਼ਿਆਦਾ ਪਤਾ ਹੈ ਵੀ ਉੱਥੇ ਗੱਲਾਂ ਕਿਵੇਂ ਹੁੰਦੀਆਂ ਨੇ, ਉਹਦੇ ਵਿੱਚੋਂ ਫਿਰ ਉਹ ਰਿੜਕ ਕੇ ਗੱਲ ਜਿਵੇਂ ਮੱਖਣ ਨਿਕਲਦਾ ਹੈ। ਹੁਣ ਰਿੜਕ ਕੇ ਉਹਨਾਂ ਨੇ ਇਹ ਕੱਢਿਆ ਕਿ ਪੰਜਾਬ ਦੇ ਵਿੱਚ ਅੰਦੋਲਨ ਲੋਕਾਂ ਨੂੰ, ਪੋਲੀਟੀਸ਼ੀਅਨਸ ਨੂੰ ਕੁਐਸਚਨ ਕਰਨਾ ਸਿਖਾਏਗਾ ਕਿ ਤੁਸੀਂ ਸਵਾਲ ਪੁੱਛੋ, ਹਰ ਕਿਸੇ ਨੂੰ ਸਵਾਲ ਕਰੋ। ਜਿਹਦਾ ਮਤਲਬ ਹੈ ਅੰਦੋਲਨ ਇੱਕ ਫੈਸਲਾ ਕਰੀ ਬੈਠਾ ਹੈ ਕਿ ਅਸੀਂ ਲੋਕਾਂ ਦੀ ਪੋਲੀਟੀਸਾਈਜੇਸ਼ਨ ਲਈ ਇਲੈਕਸ਼ਨਾਂ ਨੂੰ ਵਰਤ ਲਵਾਂਗੇ। ਸਰਕਾਰ ਤਾਂ ਇੱਕ ਹੀ ਬਣਨੀ ਨਾ, ਚਾਹੇ ਆਮ ਆਦਮੀ ਪਾਰਟੀ ਦੀ ਬਣ ਜਾਏ, ਚਾਹੇ ਅਕਾਲੀ ਦਲ ਦੀ ਬਣ ਜਾਏ, ਚਾਹੇ ਕਾਂਗਰਸ ਦੀ ਬਣ ਜਾਏ। ਬਿਲਕੁਲ ਠੀਕ ਹੈ, ਇਹੋ ਹੀ ਗੱਲ, ਇਹੋ ਸਟ੍ਰੈਟੇਜੀ। ਕਿਵੇਂ? ਮੈਂ ਇੱਕ ਛੋਟੀ ਜਿਹੀ ਇੱਕ ਲਾਈਨ 'ਚ ਕਹਾਂਗਾ ਵੀ ਜੇ ਕਿਸਾਨ ਅੰਦੋਲਨ ਇੱਕ ਧਿਰ ਬਣ ਜਾਂਦਾ, ਅੱਜ ਕਿਸਾਨ ਸਾਰੇ ਇਕੱਠੇ ਨੇ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਕਿਸਾਨ ਨੇ, ਅਕਾਲੀ ਦਲ ਦਾ ਵੀ ਹੈ, ਆਪ ਵਾਲਿਆਂ ਕੋਲ ਵੀ ਕਿਸਾਨ ਹੈ, ਕਾਂਗਰਸ ਕੋਲ ਵੀ ਹੈ, ਬੀਜੇਪੀ ਕੋਲ ਵੀ ਹੈ, ਇਵਨ ਹੋਣਗੇ, ਬੀਐਸਪੀ ਕੋਲ ਵੀ ਹੈ, ਸਾਰਿਆਂ ਦੇ ਕਿਸਾਨ, ਸੀਪੀਆਈ ਕੋਲ ਹੈ, ਸੀਪੀਐਮ ਕੋਲ ਹੈ, ਐਮਐਲ ਕੋਲ ਹੈ। ਉਹ ਸਾਰੇ ਕਿਸਾਨ ਇਕੱਠੇ ਨੇ ਇੱਕ ਮੁੱਦੇ ਤੇ, ਇੱਕ ਨਿਸ਼ਾਨੇ ਤੇ। ਜਦ ਨਿਸ਼ਾਨਾ ਇੱਕ ਹੋਵੇ, ਮੁੱਦਾ ਇੱਕ ਹੋਵੇ, ਉਦੋਂ ਯੂਨਿਟੀ ਰਹਿੰਦੀ ਹੈ। ਉਹ ਹੈਗਾ ਬਿੱਲ ਵਾਪਸ ਕਰਾਉਣੇ, ਠੀਕ ਹੈ, ਐਮਐਸਪੀ ਜਨਾਬ। ਤੇ ਜੇ ਇਲੈਕਸ਼ਨਾਂ ਵਿੱਚ ਜਾਂਦੇ ਨੇ ਤਾਂ ਫਿਰ ਸਪਲਿਟ ਹੋਏਗੀ, ਧਿਰ ਬਣ ਜਾਂਦੇ ਨੇ। ਜਦੋਂ ਧਿਰ ਬਣਦੇ ਤਾਂ ਲੋਕ ਕੀ ਕਰਨਗੇ? ਉਹਨਾਂ ਨੇ ਸਿਆਣ ਭਰੀ, ਇੱਕ ਵਾਰ ਜਸਟ ਇੱਕ ਜੀ, ਉਹਨਾਂ ਨੇ ਸਿਆਣ ਭਰਿਆ ਫੈਸਲਾ ਲਿਆ ਹੈ ਕਿ ਆਪਾਂ ਧਿਰ ਨਹੀਂ ਬਣਨਾ, ਆਪਾਂ ਕਹਿੰਦਾ ਸਵਾਲ ਕਰੋ, ਬਲਕਿ ਲੋਕਾਂ ਨੂੰ ਚੇਤਨ, ਜੇ ਧਿਰ ਬਣ ਕੇ ਸਿਆਸਤ ਚੇਤਨ ਨਾ ਹੋਣ, ਹੁਣ ਜ਼ਿਆਦਾ ਚੇਤਨ ਹੋਣਗੇ ਲੋਕ। ਓਕੇ, ਚਲੋ ਇਹ ਅਜ਼ਿਊਮ ਵੀ ਕਰ ਲਈਏ ਕਿ ਇਹ ਪੰਜਾਬ ਵਾਲੀ ਇਲੈਕਸ਼ਨ ਦੇ ਵਿੱਚ ਇਸ ਕਿਸਮ ਦੀ ਅੰਦੋਲਨ ਦਾ ਰੌਂ ਚੱਲ ਜਾਏਗਾ
ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਫਲੈਸ਼ ਪੁਆਇੰਟ ਇਮਰਜ ਕਰ ਰਿਹਾ, ਕਿਉਂਕਿ ਉੱਥੇ ਇੱਕ ਰੈਪੂਟੇਸ਼ਨ ਹੈ ਯੋਗੀ ਆਦਿੱਤਿਆਨਾਥ ਦੀ। ਜਿਹੜੀ ਪ੍ਰਾਈਡ ਵਾਲੀ ਗੱਲ ਇਹ ਕਰ ਰਹੇ ਨੇ, ਇੱਕ ਪ੍ਰਾਈਡ ਦਾ ਸਵਾਲ ਯੋਗੀ ਆਦਿੱਤਿਆਨਾਥ ਨੇ ਵੀ ਬਣਾਇਆ ਹੋਇਆ। ਇਹ ਜਿਹੜੇ ਇਹ ਕੰਪੀਟਿੰਗ ਪ੍ਰਾਈਡਸ ਆਪਸ ਵਿੱਚ ਕਿਵੇਂ ਭਿੜਨਗੇ, ਇਹ ਵੀ ਕਿਸ ਤਰੀਕੇ ਨਾਲ ਇਹ ਡਾਇਨਾਮਿਕ ਕਿੱਦਾਂ ਅੱਗੇ ਦਿਸੇਗਾ, ਇਸ ਤੇ ਗੱਲ ਕਰਾਂਗੇ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਿਸਾਨ ਅੰਦੋਲਨ ਦਾ ਅੱਗੇ ਜਾ ਕੇ ਕੀ ਬਣੇਗਾ। 8 ਮਹੀਨੇ ਤਾਂ ਹੋ ਗਏ ਨੇ ਤੇ ਇੱਕ ਸਵਾਲ ਬਾਰ-ਬਾਰ ਆਉਂਦਾ ਹੈ ਕਿ ਜੀ ਕੀ ਹੋਵੇ ਤਾਂ ਅੰਦੋਲਨ ਜਿੱਤ ਕੇ ਘਰ ਮੁੜ ਆਵੇ, ਜਾਂ ਕੀ ਹੋਵੇ ਅੰਦੋਲਨ ਹਾਰ ਜਾਵੇ ਤੇ ਫਿਰ ਅੱਗੋਂ ਦੇ ਕੋਈ ਰਾਹ ਸੋਚੇ ਜਾਣ। ਮੂੰਹ ਮਾੜੇ ਸ਼ਬਦ ਤਾਂ ਨਹੀਂ ਕਹਿ ਰਿਹਾ, ਹਾਰਨ ਬਾਰੇ ਸੋਚ ਨਹੀਂ ਰਹੇ ਅਸੀਂ। ਇਹ ਜਿਹੜਾ ਪ੍ਰੈਗਮੈਟਿਕ ਜਿੱਤਾਂਗੇ ਜਾਂ ਮਰਾਂਗੇ, ਉੱਥੇ ਅੱਛਾ ਤੁਹਾਡਾ ਇਹ ਜਾਂ ਜਿੱਤਾਂਗੇ ਜਾਂ ਮਰਾਂਗੇ, ਸਾਨੂੰ ਹਾਰ ਨਾਲੋਂ ਬਹੁਤ ਜ਼ਿਆਦਾ ਪਿਆਰੀ ਹੈ। ਦਿਸ ਇਜ਼ ਦਾ ਪ੍ਰੋਬਲਮ। ਜਿਹੜੀ ਪ੍ਰੈਗਮੈਟਿਕ ਪੋਲਿਟਿਕਸ ਹੁੰਦੀ ਹੈ ਨਾ, ਉਹਦੇ ਵਿੱਚ ਡਿਫੀਟ ਦੀ ਪੋਸਿਬਿਲਿਟੀ ਜਿਹੜੀ ਹੈ, ਮਤਲਬ ਯੂ ਹੈਵ ਟੂ ਪਲਾਨ ਫॉर ਦਾ ਵਰਸਟ, ਯੂ ਹੈਵ ਟੂ ਪਲਾਨ ਫॉर ਦਾ ਵਰਸਟ। ਥੋੜਾ ਜਿਹਾ ਆਪਣੇ ਸੰਕਲਪ ਦੀ ਹੀ ਗੱਲ ਹੈ। ਡਿਫੀਟ ਜਦੋਂ ਅਸੀਂ ਗੱਲ ਕਰਦੇ ਹਾਂ, ਮੰਨ ਲਓ ਸਾਨੂੰ ਉੱਥੋਂ ਕੁੱਟ ਕੇ ਭਜਾ ਦੇਣਾ, ਇਹਨੂੰ ਅਸੀਂ ਡਿਫੀਟ ਮੰਨਦੇ ਹੀ ਨਹੀਂ ਜੀ। ਅਸੀਂ ਫਿਰ ਰੀਅਸੈਂਬਲ ਹੋਵਾਂਗੇ, ਅਸੀਂ ਫਿਰ ਨਵਾਂ। ਤੁਹਾਡਾ ਹੀ ਵਾਪਸ ਆਉਣ ਦਾ ਹੋਰ ਕੋਈ ਤਰੀਕਾ ਨਹੀਂ ਕਮਲਜੀਤ। ਇਨਫੈਕਟ ਦੈਟ ਵਾਸ ਗੋਇੰਗ ਟੂ ਬੀ ਮਾਈ ਕੁਐਸਚਨ ਕਿ ਫਾਰਮਰਸ ਨੇ, ਕਿਸਾਨਾਂ ਨੇ ਅੰਦੋਲਨ ਦੇ ਵਿੱਚ ਇੰਨਾ ਕੁਝ ਇਨਵੈਸਟ ਕਰ ਦਿੱਤਾ ਹੈ। ਹੁਣ ਕਿਸਾਨ ਸੰਸਦ ਜਿਸ ਤਰੀਕੇ ਨਾਲ ਚੱਲ ਰਹੀ ਹੈ, ਕੰਟਰੀ ਦੇ ਵਿੱਚ ਜਿਸ ਤਰੀਕੇ ਦੀਆਂ ਹੈਡਲਾਈਨਸ ਤੁਸੀਂ ਮੈਨੇਜ ਕਰ ਲਈਆਂ ਨੇ, ਦੈਟ ਮੀਨਸ ਆਲਸੋ ਅਨਦਰ ਥਿੰਗ ਕਿ ਤੁਸੀਂ ਪਿਛਲੇ ਸਾਰੇ ਉਹ ਪੁੱਲ ਜਿਨ੍ਹਾਂ ਤੋਂ ਤੁਰਦੇ ਆਏ ਹੋ ਇੱਥੋਂ ਤੱਕ, ਉਹ ਹੁਣ ਸਾੜ ਦਿੱਤੇ ਗਏ ਨੇ। ਬ੍ਰਿਜਸ ਹੈਵ ਬੀਨ ਬਰਨਡ। ਬਹੁਤ ਵਲੰਟਰਲੀ ਸਾੜ ਕੇ ਆਏ। ਹੁਣ ਘਰਾਂ ਨੂੰ ਪਰਤਣਾ ਹੁਣ ਮੁਸ਼ਕਲ ਹੈ, ਅਸੰਭਵ ਹੈ। ਹੁਣ ਇਸ ਤਰ੍ਹਾਂ ਹੁਣ ਜਾਂ ਤੁਸੀਂ ਜਿੱਤ ਦੇ ਝੰਡੇ ਲੈ ਕੇ ਆਓਗੇ, ਜਾਂ ਤੁਸੀਂ ਕੁੱਟ ਮਾਰ ਕੇ ਭਜਾਏ ਜਾਓਗੇ। ਭਜਾਏ ਜਾ ਸਕਦੇ ਆ, ਪਰ ਦੂਜੀ ਗੱਲ ਇਹ ਹੈ, ਮਾੜਾ ਸਮਝੌਤਾ ਕਰਨ ਨਾਲੋਂ ਉਹ ਵੀ ਠੀਕ ਹੈ। ਓਕੇ, ਮਤਲਬ ਕਿਸੇ ਮਾੜੇ ਸਮਝੌਤੇ ਦੇ ਉੱਤੇ ਹਸਤਾਖਰ ਕਰਕੇ ਉਹਦੇ ਲਈ ਫਲੈਸ਼ ਪੁਆਇੰਟ ਕਿੱਥੋਂ ਆਏਗਾ? ਮੈਨੂੰ ਲੱਗਦਾ ਮੈਂ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਕਰਨਾ ਚਾਹੁੰਦਾ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੰਜਾਬ ਇਲੈਕਸ਼ਨ ਨੂੰ ਜਿਵੇਂ ਆਪਾਂ ਦੇਖ ਰਹੇ ਹਾਂ, ਉਹਦੇ 'ਚ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਸਵਾਲ ਕਰਨਾ ਦਾ ਤਾਂ ਅਸੀਂ ਤੈਅ ਹੀ ਕੀਤਾ, ਕਿਉਂਕਿ ਮੈਂ 32 ਜਥੇਬੰਦੀਆਂ ਜੋ ਸਾਡੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਇੱਕ ਪਾਰਟ ਵੀ ਹੈ, ਸੋ ਉਸ ਨਾਤੇ ਵੀ ਕਹਿ ਰਿਹਾ ਉਹ ਠੀਕ ਹੈ, ਉਹ ਸਾਡਾ ਫੈਸਲਾ ਵੀ ਅਸੀਂ ਸਵਾਲ ਕਰਨੇ ਨੇ ਤੇ ਉਹ ਕਰਾਂਗੇ, ਕਰ ਰਹੇ ਹਾਂ, ਉਹ ਅੱਜ ਵੀ ਕਰ ਰਹੇ ਹਾਂ। ਲੇਕਿਨ ਇਹ ਮੈਨੂੰ ਮਹਿਸੂਸ ਹੁੰਦਾ ਹੈ ਕਿ ਜੇ ਇਲੈਕਸ਼ਨ ਵਰਗਾ ਪ੍ਰੋਸੈਸ ਇੱਕ ਵਾਰ ਸ਼ੁਰੂ ਹੋ ਗਿਆ, ਉਹ ਸਾਡੇ ਤੇ ਅਸਰ ਪਾਏਗਾ। ਮਤਲਬ ਇਹ ਕੁਐਸਚਨ ਹੋਣਗੀਆਂ, ਹੋਰ ਪਾਸੇ ਇਹ ਕੁਐਸਚਨ ਬਹੁਤ ਸਾਰਾ ਡਿਸਕਸ ਹੋ ਰਿਹਾ ਹੈ ਕਿ ਮੋਰਚੇ ਦਾ ਰਾਜਨੀਤੀ ਤੇ ਕੀ ਅਸਰ ਹੋਏਗਾ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਇਲੈਕਸ਼ਨ ਪੋਲਿਟਿਕਸ ਦਾ ਮੋਰਚੇ ਤੇ ਕੀ ਅਸਰ ਹੋਏਗਾ, ਇਹਦੇ ਤੇ ਵੀ ਚਰਚਾ ਕਰਨੀ ਚਾਹੀਦੀ ਹੈ, ਕਿਉਂਕਿ ਉਹੀ ਲੋਕ ਨੇ, ਉਹੀ ਕਾਡਰ ਹੈ, ਉਹੀ ਲੋਕ ਨੇ। ਉਹਨਾਂ ਨੇ ਹੀ ਪਿੰਡਾਂ ਦੇ ਵਿੱਚ ਜੇ ਇਲੈਕਸ਼ਨ ਦੀ ਮਸ਼ੀਨਰੀ ਐਡੀ ਖਤਰਨਾਕ ਮਸ਼ੀਨਰੀ ਹੈ, ਜਿਹਨੂੰ ਇਲੈਕਸ਼ਨ ਬੁਖਾਰ ਕਹਿੰਦੇ ਨੇ, ਉਹ ਚੜ੍ਹੇਗਾ ਨਾ, ਉਹੀ ਪਿੰਡ ਜਿਹੜੇ ਅੱਜ ਯੂਨਾਈਟਿਡ ਖੜੇ ਨੇ, ਇਹਨਾਂ ਨੂੰ ਇਹ ਪਾਰਟੀਆਂ ਵੰਡ ਦੇਣਗੀਆਂ ਪੂਰੇ ਤਰੀਕੇ ਨਾਲ। ਗਰ ਸਾਹਿਬ, ਤੁਹਾਨੂੰ ਲੱਗਦਾ ਹੈ ਇੰਨੀ ਅਨਰਿਲੈਂਟਿੰਗ ਮਸ਼ੀਨਰੀ ਹੈ? ਆਫਟਰ ਆਲ ਉੱਥੇ ਅਕਾਲੀ ਦਲ ਦੇ ਵਰਕਰ ਬੈਠੇ ਹੋਏ ਨੇ, ਉੱਥੇ ਕਾਂਗਰਸ ਦੇ ਲੋਕ ਬੈਠੇ ਹੋਏ ਨੇ, ਉੱਥੇ ਆਮ ਆਦਮੀ ਪਾਰਟੀ ਦੇ ਵੀ ਲੋਕ ਬੈਠੇ ਨੇ, ਤੇ ਉਹ ਬੈਠ ਕੇ ਇਸ ਗੱਲ ਦਾ ਮੁਜ਼ਾਹਰਾ ਕਰਦੇ ਨੇ ਕਿ ਦੇਖੋ ਅਸੀਂ ਇਹਨਾਂ ਪਾਰਟੀਆਂ ਨਾਲ ਆ, ਪਰ ਅਸੀਂ ਇੱਥੇ ਐਜ਼ ਕਿਸਾਨ ਬੈਠੇ ਹਾਂ। ਜਿਸ ਵੇਲੇ ਪਾਰਟੀ ਦੀ ਮਸ਼ੀਨਰੀ ਅਨਰਿਲੈਂਟਿੰਗ ਵੇ ਨਾਲ ਚੱਲੇਗੀ 117 ਕਨਸਟੀਟੂਐਂਸੀਜ਼ ਦੇ ਵਿੱਚ, ਇੱਥੇ ਤਾਂ ਜ਼ਿੰਦਗੀ ਮੌਤ ਦੀਆਂ ਬਾਜ਼ੀਆਂ ਲੱਗੀਆਂ ਹੋਣਗੀਆਂ, ਸਰਦਾਰੀਆਂ ਜਿਤਨੀਆਂ ਨੇ, ਉਸ ਵੇਲੇ ਮੋਰਚੇ ਤੇ ਕੀ ਅਸਰ ਪਵੇਗਾ? ਤੇ ਇਹ ਕਿਸਨੇ ਲਿਖਿਆ ਹੈ ਕਿ ਜਿਸ ਵੇਲੇ ਬੰਦੇ ਕਾਂਗਰਸੀ, ਅਕਾਲੀ, ਆਮ ਆਦਮੀ ਪਾਰਟੀ ਦੇ ਬਣ ਕੇ ਆਣਗੇ ਤਾਂ ਮੋਰਚੇ ਦੇ ਵਿੱਚ ਉਸੇ ਤਰੀਕੇ ਨਾਲ ਹੀ ਵਾਪਸ ਪਹੁੰਚਣਗੇ? ਆਫਟਰ ਆਲ ਉਹ ਧੜੇ ਬੰਦੀਆਂ ਔਰ ਰਾਈਵਲਰੀਜ਼ ਇੱਥੇ ਹੀ ਨੇ। ਉਸ ਤੋਂ ਬਿਨਾਂ ਇੱਕ ਮੈਂ ਜਸਟ ਗਰੁੱਪ ਤੋਂ ਪੁਆਇੰਟ ਚੋਰੀ ਕਰ ਰਿਹਾ ਇੱਕ, ਮੈਂ ਇੰਨਾ ਕਹਿਣਾ ਚਾਹ ਰਿਹਾ ਵੀ ਅਸਲ ਦੇ ਵਿੱਚ ਸਾਨੂੰ ਸੋਚਣਾ ਇਸ ਗੱਲ ਤੇ ਪਏਗਾ ਕਿ ਜਿਹੜਾ ਪੰਜਾਬ ਵਰਗੀ ਥਾਂ, ਜਿੱਥੇ ਏਡਾ ਜ਼ਬਰਦਸਤ ਬੇਸ ਹੈ, ਕੀ ਇੱਥੇ ਇਲੈਕਸ਼ਨ ਅਫੋਰਡ ਵੀ ਕਰ ਸਕਦੇ ਹਾਂ ਅਸੀਂ 2022 ਦੀ ਬਿਨਾਂ ਇਸ ਮੋਰਚੇ ਨੂੰ ਜਿੱਤਿਆਂ? ਇਹ ਮੈਨੂੰ ਲੱਗਦਾ ਹਾਲਤ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਇਲੈਕਸ਼ਨ ਵਰਗਾ ਜੇ ਕੰਮ ਹੋਇਆ ਤਾਂ ਉਹ ਸਾਨੂੰ ਡਿਵਾਈਡ ਕਰਕੇ ਦੁਬਾਰਾ ਉੱਠਣ ਯੋਗਾ ਛੱਡੂਗਾ ਕਿ ਨਹੀਂ ਛੱਡੂਗਾ? ਕੀ ਮੋਰਚੇ ਨੂੰ ਇਲੈਕਸ਼ਨ ਤੋਂ ਖਤਰਾ ਹੈ? ਮੈਂ ਐਗਜ਼ੈਕਟਲੀ ਜਿਹੜਾ ਤੁਹਾਡਾ ਸਵਾਲ ਹੈ ਪਹਿਲਾ, ਇਹ ਦੂਜੇ ਦਾ ਬਾਅਦ ਚ ਜਵਾਬ ਦੇਣਾ ਕਿ ਕੀ ਜਿਹੜੀ ਇਲੈਕਸ਼ਨ ਹੈ ਉਹ ਮੋਰਚੇ ਤੇ ਭਰ ਹੋਊ ਜਾਂ ਮੋਰਚਾ ਇਲੈਕਸ਼ਨ ਤੇ ਭਰ ਹੋਊ, ਜਾਂ ਵੱਖ-ਵੱਖ ਪਾਰਟੀਆਂ ਜਿਹੜੀਆਂ ਇੰਨਾ ਅਨਲੀਸ਼ ਕਰਨਗੀਆਂ ਆਪਦੀ એનર્ਜੀ ਕਿ ਇਹਨੂੰ ਇਕੱਠਾ ਰਹਿਣ ਦੇਣਗੀਆਂ? ਇਹ ਦੋ ਨੂੰ ਡਿਫਰੈਂਸ਼ੀਏਟ ਕਰਕੇ ਚੱਲੀਏ ਅਸੀਂ। ਬੰਦਾ ਗੁਰਦੁਆਰੇ ਜਾਂਦਾ ਉਦੋਂ ਇਕੱਠਾ, ਉਦੋਂ ਕੋਈ ਨਹੀਂ ਪੁੱਛਦਾ ਵੀ ਤੂੰ ਦਲਤਾਂ ਕੌਣ ਹੈ। ਹੁਣ ਵੀ ਇਹ ਹੈ, ਲੰਗਰ 'ਚ ਬੈਠਾ ਕੋਈ ਨਹੀਂ ਪੁੱਛਦਾ, ਬਾਹਰ ਆ ਕੇ ਉਹੀ ਪੁੱਛ ਰਿਹਾ ਹੁੰਦਾ ਹੈ, ਪਿੰਡ 'ਚ ਵਿਹੜੇ 'ਚ ਉਹੀ ਪੁੱਛ ਰਿਹਾ ਹੁੰਦਾ ਹੈ, ਵਿਹੜੇ 'ਚ ਕਈ ਵਾਰ ਬਾਈਕਾਟ ਵੀ ਕਰ ਰਿਹਾ ਹੁੰਦਾ ਜਦ ਕਿ ਆਪਾਂ ਨਹੀਂ ਸਪੋਰਟ ਕਰਦੇ ਇਹਨਾਂ ਗੱਲਾਂ। ਸੋ ਜਿਹੜੀ ਚੋਣ ਵੇਲੇ ਉਹਨਾਂ ਦੀ ਵਾਈਫਰਕੇਸ਼ਨ ਹੋਣੀ ਹੈ, ਕਿਸਾਨ ਜਥੇਬੰਦੀਆਂ ਦੀ ਮੈਂ ਕਹਾਂਗਾ ਬਹੁਤ ਵੱਡੀ ਸਿਆਣਪ ਹੈ। ਮੇਰੀ ਕਈਆਂ ਨਾਲ ਗੱਲ ਹੋਈ ਹੈ, ਕਮਲਜੀਤ ਨਾਲ ਤਾਂ ਨਹੀਂ ਹੋਈ, ਬਾਕੀਆਂ ਨਾਲ ਹੋਈ ਹੈ ਕਿ ਜੀ ਸਾਡਾ ਏਮ ਹੀ ਇਹ ਹੈ ਕਿ ਸਾਡੇ ਲੋਕਾਂ ਨੂੰ ਮੋਰਚੇ ਪ੍ਰਤੀ ਡਿਵਾਈਡ ਨਾ ਕਰ ਸਕਣ। ਥੋੜੀ ਜੀ ਯੂਟੋਪੀਅਨ ਵਿਸ਼ ਹੈ, ਦੇਖਣ ਨੂੰ ਯੂਟੋਪੀਅਨ ਲੱਗਦੀ ਹੈ। ਮੈਂ ਦੱਸਦਾ ਕਿਵੇਂ ਹੈ ਯੂਟੋਪੀਅਨ, ਕਿਵੇਂ ਨਹੀਂ ਲੱਗਦੀ
ਜਦ ਲੋਕਾਂ ਨੂੰ ਉਹ ਮੋਟੀਵੇਟ ਕਰਦੇ ਨੇ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹਨਾਂ ਦਾ ਇਹ ਪ੍ਰਭਾਵ ਹੈ। ਜਦੋਂ ਕਹਿੰਦੇ ਕੁਐਸਚਨ ਕਰੋ, ਵੋਟ ਤੁਸੀਂ ਆਪਦੇ ਜਿਹਨੂੰ ਪਾਉਣੀ ਹੈ ਪਾਓ। ਇੱਕ ਤਾਂ ਉਹਨੂੰ ਆਜ਼ਾਦੀ ਮਿਲ ਗਈ, ਮੈਂ ਇੱਕ ਕਿਸਾਨ ਆ, ਪਿੰਡ 'ਚ ਬੈਠਾ, ਮੈਨੂੰ ਆਜ਼ਾਦੀ ਮਿਲ ਗਈ, ਮੈਂ ਜਿਹਨੂੰ ਮਰਜ਼ੀ ਵੋਟ ਪਾਵਾਂ। ਮੈਨੂੰ ਕਿਸਾਨ ਮੋਰਚੇ ਨੇ ਐਨਲਾਈਟਨ ਕਰਤਾ ਕਿ ਤੂੰ ਆਪਦੀ ਪਾਰਟੀ ਨੂੰ ਵੀ ਦੂਜਿਆਂ ਨੂੰ ਵੀ ਇਹ ਸਵਾਲ ਪੁੱਛ। ਉਹਦੇ 'ਚ ਮੇਰੀ ਚੋਇਸ ਹੈ ਕਿ ਮੈਂ ਵਿਰੋਧੀ ਨੂੰ ਪੁੱਛਣੇ ਨੇ ਇਕੱਲੇ ਨੂੰ, ਕਿ ਮੈਂ ਆਪਣੀ ਪਾਰਟੀ ਨੂੰ ਪੁੱਛਣਾ। ਡਾਕਟਰ ਸਾਹਿਬ, ਜਿਹੜੀ ਕਮਲਜੀਤ ਗੱਲ ਕਰ ਰਿਹਾ, ਮੈਂ ਉਹਨੂੰ ਸਾਦਗੀ ਨਾਲ ਕਰ ਦਿੰਦਾ ਥੋੜਾ ਟਰਾਂਸਲੇਟ, ਵੀ ਇੱਕ ਪਿੰਡ ਦੇ ਲੋਕਾਂ ਨੇ ਜਿਸ ਵੇਲੇ ਉੱਥੋਂ ਟਰਾਲੀਆਂ 'ਚ ਭਰ ਕੇ ਯੂਨਾਈਟਿਡ ਵਾਪਸ ਆਉਣਾ ਨਾ, ਤਾਂ ਉਸੇ ਪਿੰਡ ਦੇ ਵਿੱਚ ਧੜੇਬੰਦੀ ਆ, ਉਹਦੇ ਵਿੱਚ ਹੀ ਅਕਾਲੀ ਨੇ, ਉਹਦੇ ਵਿੱਚ ਹੀ ਕਾਂਗਰਸੀ, ਉਹਦੇ ਵਿੱਚ ਇੱਕ ਦੂਜੇ ਦੇ ਗਲੀ ਪੈਣਾ, ਉਹਦੇ ਵਿੱਚ ਇੱਕ ਦੂਜੇ ਦੇ ਖਿਲਾਫ ਕੰਮ ਕਰਨਾ ਤੇ ਮਾਰੋ ਮਾਰ ਉਸ ਵੇਲੇ ਪਈ ਹੋਣੀ ਹੈ, ਤੇ ਫਿਰ ਵਾਪਸ ਉਹਨਾਂ ਨੇ ਵਾਪਸ ਮੋਰਚੇ 'ਚ ਜਾਣਾ ਹੈ। ਇਹ ਸ਼ੰਭੂ ਬਾਰਡਰ ਟੱਪਦਿਆਂ ਮੁੜ ਤੋਂ ਜੱਫੀਆਂ ਇਦਾਂ ਪੈ ਜਾਣਗੀਆਂ। ਇਹ ਨਹੀਂ ਹੁੰਦਾ, ਸਾਡੇ ਤਾਂ ਇਲੈਕਸ਼ਨਾਂ ਤੋਂ ਬਾਅਦ ਗੋਲੀਆਂ ਚੱਲਦੀਆਂ, ਕੇਸ ਹੁੰਦੇ ਆ, ਪਟੀਸ਼ਨਾਂ ਫਾਈਲ ਹੁੰਦੀਆਂ, ਸਭ ਕੁਝ ਹੁੰਦਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਇਲੈਕਸ਼ਨ 'ਚ ਪਾਰਟਿਸਿਪੇਟ, ਤੁਸੀਂ ਕਹਿ ਰਹੇ ਹੋ ਮੋਰਚਾ ਵਿਲ ਸਰਵਾਈਵ ਦਾ ਇਲੈਕਸ਼ਨ। ਮੇਰੀ ਬੇਨਤੀ ਸੁਣ ਲਓ, ਮੈਂ ਬਸ ਪਹਿਲਾਂ ਮੈਂ ਇਹਨਾਂ 'ਚ ਪਾਰਟਿਸਿਪੇਟ ਕਰਿਆ ਇਲੈਕਸ਼ਨਾਂ 'ਚ, ਰਾਈਟ ਫਰਮ ਪੰਚਾਇਤ, ਅਸੈਂਬਲੀ, MP ਦੀਆਂ ਇਲੈਕਸ਼ਨਾਂ 'ਚ, ਔਰ ਮੈਂ ਬਾਜ਼ੀਆਂ ਪਲਟੀਆਂ ਨੇ, ਕਿਉਂਕਿ ਮੇਰਾ ਆਪਣਾ ਪ੍ਰਭਾਵ ਹੈ ਲੋਕਾਂ 'ਚ। ਪਰ ਜਿਹੜੇ ਲੋਕ ਅੱਜ ਚੋਣਾਂ ਵੇਲੇ ਗੰਡਾਸੇ ਲੈ ਕੇ ਖੜੇ ਹੁੰਦੇ ਨੇ, 5 ਦਿਨਾਂ ਬਾਅਦ ਸਾਰੇ ਉਹੀ ਇਕੱਠੇ ਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਭਰਾ ਸਕੇ ਭਰਾ ਲੜਦੇ ਦੇਖੇ ਨੇ ਮੈਂ। ਇੱਕ ਘਰ 'ਚ ਦੋ ਮਾਂ ਪੁੱਤ ਤੇ ਇਹ ਆਪਣਾ ਬਾਪ ਵੱਖਰੇ ਲੜਦੇ। ਸੋ ਇਹ ਲੜਾਈ ਜਿਹੜੀ ਹੈ, ਇਹ ਕੋਈ ਸ਼ੱਕ ਨਹੀਂ ਹੈ, ਦੇਖਣ ਨੂੰ ਬੜਾ ਯੂਟੋਪੀਅਨ ਲੱਗੇਗਾ ਤੁਹਾਨੂੰ। ਇਹ ਸੱਚ ਹੈ ਕਿ ਇਹਦੇ ਨਾਲ ਫਰਕ ਪਏਗਾ। ਐ ਨਹੀਂ ਮੈਂ ਕਹਿੰਦਾ ਬਿਲਕੁਲ ਹੀ ਨਹੀਂ। ਹੁਣ ਜਦ ਦੋ ਲੋਕ ਲੜਨਗੇ, 2-4 ਦਿਨ ਤਾਂ ਮੂੰਹ ਮੋਟਾ ਰਹੇਗਾ ਹੀ, ਠੀਕ, ਪਰ ਇੰਨੇ ਕੁ ਲੋਕ ਸਿਆਣੇ ਹੁੰਦੇ ਨੇ ਵੀ ਜਿਹੜਾ ਵੱਡਾ ਕਾਜ਼ ਹੈ ਉਹ ਤੇ ਮੈਂ ਹਮੇਸ਼ਾ ਹੀ ਇਕੱਠੇ ਹੁੰਦੇ ਦੇਖ। ਇੱਕ ਮਿੰਟ ਛੋਟੀ ਜਿਹੀ ਉਦਾਹਰਨ ਦਵਾਂ। ਪਿੰਡਾਂ 'ਚ ਕਈ ਵਾਰ ਟੂਣਾ ਕਰਦੇ ਨੇ, ਕਈ ਵਾਰ ਕੋਈ ਪਾਠ ਕਰਾਉਂਦੇ ਨੇ, ਉਦੋਂ ਇਕੱਠੇ ਹੋ ਜਾਂਦੇ ਨੇ। ਉਹ ਹਿੰਦੂ ਉਹ ਬੜਾ ਝਗੜਾ ਹੁੰਦਾ ਹੈ। ਇਦਾਂ ਹੀ ਕਿਸਾਨੀ ਦਾ, ਇਦਾਂ ਹੀ ਜਦ ਕਿਸੇ ਨੂੰ ਕੋਈ ਖਾਣਾ ਖਿਲਾਉਣਾ। ਸੋ ਇਸ ਕਰਕੇ ਮੈਨੂੰ ਇਹ ਹੈ ਵੀ ਇਹ ਇਲੈਕਸ਼ਨਾਂ ਉਹਨਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਨੀ ਆ, ਇਕੱਲਾ ਇਹ ਵੋਟ ਕਰਕੇ ਨਹੀਂ। ਠੀਕ ਹੈ, ਪਾਰਟੀਆਂ ਦੀ ਇੰਟਰਸਟ ਹੈ ਕਿ ਲੋਕ ਡਿਵਾਈਡ ਕਰਨ, ਕਿਸਾਨ ਜਿੱਤੇ। ਲੈਟਸ ਕਮ ਬੈਕ ਟੂ ਵਾਟ ਦਾ ਗਵਰਨਮੈਂਟ ਮਾਈਟ ਡੂ, ਹੈ ਨਾ, ਸਰਕਾਰ ਕੀ ਕਰ ਸਕਦੀ ਹੈ। ਕਮਲਜੀਤ ਜੀ, ਜੇ ਸਰਕਾਰ ਇੱਕ ਫਲੈਸ਼ ਪੁਆਇੰਟ ਬਣ ਸਕਦਾ ਸੀ, ਮੈਨੂੰ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਅਗਸਤ 15-20 ਇੱਕ ਫਲੈਸ਼ ਪੁਆਇੰਟ ਬਣ ਸਕਦਾ ਕਿ ਤੁਸੀਂ 15 ਅਗਸਤ ਕਿੱਦਾਂ ਮਨਾਉਣੀ ਹੈ। 26 ਜਨਵਰੀ ਵਾਲਾ ਇੱਕ ਬੜੀ ਕੌੜੀ ਯਾਦ ਸਾਡੇ ਕੋਲ ਪਹਿਲਾਂ ਤੋਂ ਹੈ। ਕਿਸਾਨ ਸੰਸਦ ਜਿਸ ਤਰੀਕੇ ਦੇ ਨਾਲ ਅਰੇਂਜ ਕੀਤੀ ਗਈ ਹੈ, ਸਰਕਾਰ ਨੇ ਢਿਬਰੀ ਟਾਈਟ ਕਰਕੇ ਕਿਸਾਨਾਂ ਦੀ ਤਾਂ ਸਾਰੀਆਂ ਮੰਗਾਂ ਬਣਵਾਈਆਂ ਨੇ। ਤੁਸੀਂ ਇੱਦਾਂ ਜਾਓਗੇ, ਇੰਨੇ ਜਿੰਨੇ ਜਾਓਗੇ, ਗਲੇ 'ਚ ਆਪਣੇ ਇਹ ਪਾਓਗੇ ਆਈਡੈਂਟੀਟੀ ਕਾਰਡ, ਸਾਡੇ ਵਾਲੀ ਬੱਸ 'ਚ ਬੈਠੋਗੇ, ਇਹਦੇ ਅੱਗੇ ਪੁਲਿਸ ਇੱਦਾਂ ਚੱਲੇਗੀ, ਪਿੱਛੇ ਇੱਦਾਂ ਚੱਲੇਗੀ, ਫਲਾਣੀ ਸੜਕ ਤੋਂ ਲੰਘੋਗੇ। ਉੱਪਰ ਤੋਂ ਲੈ ਕੇ ਥੱਲੇ ਤੱਕ, 1 ਤੋਂ ਲੈ ਕੇ 99 ਤੱਕ ਉਹਨਾਂ ਨੇ ਮੰਗਾਂ ਮਨਵਾਈਆਂ ਕਿਸਾਨਾਂ ਤੋਂ। ਕਿਸਾਨਾਂ ਨੇ ਆਪਣੀ ਸਿਰਫ ਇੱਕੋ ਮੰਗ ਮਨਵਾਈ ਹੈ ਕਿ ਅਸੀਂ 200 ਬੰਦਾ ਉੱਥੇ ਬੈਠਾਂਗੇ ਤੇ ਸੰਸਦ ਕਰਾਂਗੇ। ਮੁੜ ਇਹ ਕਿਸਾਨਾਂ ਦੀ ਸਮਝ ਸੀ, ਮੋਰਚੇ ਦੀ ਸਮਝ ਸੀ ਕਿ ਭਾਈ ਖਬਰਾਂ, ਪਰਸੈਪਸ਼ਨ ਸਾਰੀ ਉਹ 200 ਬੰਦਿਆਂ ਦੀ ਸੰਸਦ ਤੋਂ ਬਣਨੀ ਹੈ। ਜਿਹੜੀਆਂ ਤੁਸੀਂ ਪੁਲਿਸੀਆਂ ਫੌਜਾਂ ਅੱਗੇ ਲਾਈ ਬੈਠੇ ਹੋ, ਜਿਹੜੇ ਰੂਟ ਬਣਾ ਰਹੇ ਹੋ, ਨੋਬਡੀ ਵਿਲ ਬੋਦਰ ਅਬਾਊਟ ਇਟ, ਇਹਦੇ ਬਾਰੇ ਇਹ ਕੋਈ ਗੌਰ ਵੀ ਨਹੀਂ ਕਰੇਗਾ। ਸੋ ਇਹ ਜਿਹੜੀ ਸਮਝ ਹੋਈ ਹੈ, ਇੱਥੋਂ ਇਦਾਂ ਲੱਗਦਾ ਕਿ 15 ਅਗਸਤ ਵਾਲਾ ਵੀ ਫਿਰ ਫਲੈਸ਼ ਪੁਆਇੰਟ ਕਿਸਾਨ ਨਹੀਂ ਬਣਨ ਦਿੰਦੇ, ਉਹ ਸਰਕਾਰ ਨੂੰ ਇਹ ਮੌਕਾ ਨਹੀਂ ਦੇ ਰਹੇ। ਫਿਰ ਯੂਪੀ ਫਲੈਸ਼ ਪੁਆਇੰਟ ਬਣੇਗਾ, ਯੋਗੀ ਸਪੋਇਲਿੰਗ, ਕਿ ਯੂਪੀ ਫਲੈਸ਼ ਪੁਆਇੰਟ ਬਣ ਜਾਵੇ। ਜੇ ਸਰਕਾਰ ਨੂੰ ਇਦਾਂ ਲੱਗਦਾ ਕਿ ਫਲੈਸ਼ ਪੁਆਇੰਟ ਹੀ ਬਣੇਗਾ, ਕੋਈ ਬਹਾਨਾ ਹੀ ਬਣੇਗਾ ਤਾਂ ਕਿ ਅਸੀਂ ਦੇਸ਼ ਨੂੰ ਕਹਿ ਸਕੀਏ ਕਿ ਦੇਖੋ ਹਾਲਾਤ ਇੰਨੇ ਖਰਾਬ ਸੀ, ਇਸ ਕਰਕੇ ਸਾਨੂੰ ਮੋਰਚਾ ਇੱਥੋਂ ਸਮੇਟਣ ਲਈ ਕਹਿਣਾ ਪਿਆ, ਅਸੀਂ ਧੱਕੇ ਨਾਲ ਇੱਥੋਂ ਹਟਾ ਦਿੱਤੇ, ਦੈਨ ਵਾਈ ਵੁੱਡ ਪੀਪਲ ਲਾਈਕ ਮੋਦੀ ਜਾਂ ਅਮਿਤ ਸ਼ਾਹ ਨਾਟ ਚੂਜ਼ देयर ਓਨ ਵਿੰਡੋ? ਉਹ ਆਪਣੀ ਮਰਜ਼ੀ ਦਾ ਕੋਈ ਖਿੜਕੀ ਲੱਭਣਗੇ ਸਾਰੇ ਦੇ ਵਿੱਚੋਂ ਜਿਸ ਵਿੱਚ ਇਹ ਪਰਸੈਪਸ਼ਨ ਦਿੱਤੀ ਜਾ ਸਕੇ ਕਿ ਹਾਲਾਤ ਇਦਾਂ ਦੇ ਹੋ ਗਏ ਸੀ। ਉਹ ਕੀ ਹੋ ਸਕਦਾ? ਉਹਨਾਂ ਨੇ ਬਹੁਤ ਸਾਰੀਆਂ ਵਿੰਡੋਜ਼ ਆਲਰੇਡੀ ਟਰਾਈ ਕਰ ਲੀਆਂ। ਉਹਨਾਂ ਦੀ ਕੋਈ ਵਿੰਡੋ ਭੇਜੀ ਸੀ ਉਹਨਾਂ ਨੇ, ਉਹ ਕਿੱਥੇ ਅੱਜ ਕੱਲ? ਦੀਪ ਸਿੱਧੂ, ਮੈਂ ਉਹੀ ਕਹਿੰਦਾ, ਉਹਨਾਂ ਨੇ ਬਹੁਤ ਸਾਰੀਆਂ ਵਿੰਡੋਜ਼ ਟਰਾਈ ਕਰ ਲੀਆਂ, ਉਹਨਾਂ ਦੀ ਕੋਈ ਵਿੰਡੋ ਨਹੀਂ ਚੱਲੀ। ਸੋ ਇਹਦਾ ਮਤਲਬ ਇਹ ਹੋਇਆ ਕਿ ਲੋਕ ਜਿਹੜੇ ਨੇ ਉਹ ਕੋਈ ਐ ਨਹੀਂ ਹੈ ਵੀ ਕਿਸੇ ਨੇ ਪੜ੍ਹਾ ਕੇ ਬਿਠਾਤੇ ਉੱਥੇ। ਲੋਕ ਤੁਸੀਂ ਬੱਚੇ ਪਿਛਲੇ ਦਿਨਾਂ ਦੇ ਵਿੱਚੋਂ, ਉਹ ਚੰਡੀਗੜ੍ਹ ਦਾ ਹੀ ਬੱਚਾ ਸੀ ਅਵਿਜੋਤ, ਜਿਹੜਾ ਮੋਹਾਲੀ ਦਾ, ਪਿਛਲੇ ਦਿਨਾਂ ਜਿਹੜਾ ਡਾਇਲੌਗ ਉਹਦਾ ਤੁਸੀਂ ਦੇਖਿਆ, ਤੁਸੀਂ ਅੰਦਾਜ਼ਾ ਲਗਾ ਲਓ ਮੋਦੀ ਦੀ ਕੋਈ ਚਾਲ ਚੱਲੇਗੀ ਕਿੱਥੇ ਤੱਕ ਜਾ ਕੇ। ਤੁਸੀਂ ਸਾਡੀ ਸਾਰੀ ਦੀ ਸਾਰੀ ਲੀਡਰਸ਼ਿਪ ਨੂੰ ਨਿਬੇੜ ਦੋ ਨਾ, ਸਾਨੂੰ ਸਾਰਿਆਂ ਨੂੰ ਬੰਬ ਲਾ ਕੇ ਡਿਗਾ ਦਵੋ। ਆ ਜਿਹੜੇ 13-13 ਸਾਲ ਦੇ ਵੱਡੇ ਹੋ ਰਹੇ ਨੇ ਚੌਂਕਾਂ ਦੇ ਵਿੱਚ ਖੜੇ ਝੰਡੇ ਲੈ ਕੇ, ਇਹਨਾਂ ਨੇ ਢਾ ਲੈਣਾ ਮੋਦੀ। ਸੋ ਇਸ ਕਰਕੇ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦੀ ਕਨਸਪੀਰੇਸੀ ਦੇ ਉੱਤੇ ਡਿਪੈਂਡੈਂਟ ਨਹੀਂ ਹੈਗੀ, ਲੋਕ ਵਿਜੀਲੈਂਟ ਵੀ ਨੇ। ਔਰ ਮੈਂ ਨਹੀਂ ਕਹਿ ਰਿਹਾ ਕਿ ਸਾਨੂੰ ਵਾਚਿੰਗ ਐਵਰੀ ਮੂਵ, ਲੋਕਾਂ ਨੂੰ ਲੱਗਦਾ ਰਾਕੇਸ਼ ਅਸਥਾਨਾ ਨੂੰ ਉੱਥੇ ਦਿੱਲੀ ਦੇ ਪੁਲਿਸ ਕਮਿਸ਼ਨਰ ਵਜੋਂ ਕਿਉਂ ਲਿਆਂਦਾ ਗਿਆ? ਐਵਰੀਥਿੰਗ ਪੁਆਇੰਟਸ ਟੂ ਇਟ ਕਿ ਆਫਟਰ ਕੈਪੀਟਲ ਦੇ ਵਿੱਚ ਇਹ ਹਾਲਾਤ ਨੇ, ਕੀ ਸੋਚ ਕੇ ਲਿਆਂਦਾ ਗਿਆ? ਹਰ ਚੀਜ਼ ਦੇ ਉੱਤੇ ਲੋਕ ਇਮੀਡੀਏਟਲੀ ਚਰਚਾ ਕੋਈ ਨਾ ਕੋਈ ਤੁਹਾਡੇ ਵਰਗੇ ਰਿਪੋਰਟਰਸ ਕਰ ਦਿੰਦੇ ਨੇ, ਕੋਈ ਹੋਰ ਕਰ ਦਿੰਦਾ। ਤੇ ਲੋਕ ਜਿਹੜੇ ਨੇ ਉਹ, ਮੈਂ ਨਹੀਂ ਕਹਿ ਰਿਹਾ ਕੰਪਲੈਸੈਂਟ ਹੋਣ ਦੀ ਲੋੜ ਨਹੀਂ, ਸਾਨੂੰ ਇਹਦੇ ਤੇ ਤਸੱਲੀ ਕਰ ਲੈਣ ਦੀ ਲੋੜ ਨਹੀਂ, ਪਰ ਮੈਂ ਕਹਿ ਰਿਹਾ ਕਿ ਤੁਸੀਂ ਦੇਖੋ, ਗ੍ਰਾਫ ਦੇਖੋ। ਪਹਿਲੇ ਦਿਨ ਸਾਨੂੰ ਇਹ ਸਾਡੇ ਕਈ ਜਗ੍ਹਾ ਦੇ ਉੱਤੇ ਹੁੰਦਾ ਸੀਗਾ ਵੀ ਹਰ ਬੈਰੀਕੇਡ ਬਾਰੇ ਲੋਕਾਂ ਦਾ ਇੱਕੋ ਹੀ ਤਰੀਕਾ ਸੀ ਵੀ ਇਹਨੂੰ ਤੋੜ ਦਿਓ।
ਲੇਕਿਨ ਉਸ ਤੋਂ ਬਾਅਦ ਲੋਕਾਂ ਨੇ ਡਿਫਰੈਂਸ਼ੀਏਟ ਕਰਨਾ ਸ਼ੁਰੂ ਕੀਤਾ, ਕਿਹੜਾ ਬੈਰੀਕੇਡ ਤੋੜਿਆ ਜਾਣਾ, ਕਿਹੜੇ ਬੈਰੀਕੇਡ ਦੇ ਉੱਤੇ ਨਹੀਂ ਤੋੜਿਆ ਜਾਣਾ, ਇਹ ਸਿੱਖਿਆ ਲੋਕਾਂ ਨੇ। ਬਿਲਕੁਲ। ਸੋ ਇਹ ਸਾਰਾ ਕੁਝ ਹੌਲੀ ਹੌਲੀ ਸਿੱਖ ਰਹੇ ਆ। ਵਿਲ ਯੂਪੀ ਡਿਸਾਈਡ, ਜੇ ਯੂਪੀ ਦੇ ਵਿੱਚ ਬੀਜੇਪੀ ਵੱਡੀ ਬਹੁਗਿਣਤੀ ਨਾਲ ਜਿੱਤਦੀ ਹੈ, ਯੂਪੀ ਤੋਂ ਉੱਤਰਾਖੰਡ ਤੋਂ ਬਹੁਤ ਰਿਸਪੌਂਸ ਆਉਂਦਾ ਹੈ, ਤਾਂ ਕੀ ਇਹ ਮੋਰਚੇ ਲਈ ਖਤਰੇ ਦੀ ਘੜੀ ਹੋਵੇਗੀ? ਨਹੀਂ, ਖਤਰਾ ਉਸ ਰੂਪ ਚ ਨਹੀਂ, ਲੇਕਿਨ ਮੈਨੂੰ ਲੱਗਦਾ ਕਿ ਮੋਰਲ ਜਿਹੜਾ ਮਾਮਲਾ ਹੈਗਾ, ਲੋਕਾਂ ਕੋਲ ਤੁਸੀਂ ਇਸ਼ੂ ਲੈ ਕੇ ਗਏ ਹੋ, ਤੁਸੀਂ ਤਾਂ ਦੇਖੋ ਯੂਪੀ ਦੇ ਵਿੱਚ ਮੋਰਚਾ ਕੈਂਡੀਡੇਟ ਖੜੇ ਨਾ ਕਰੇ, ਮੋਰਚਾ ਖੁੱਲ ਕੇ ਪੋਲਿਟਿਕਸ ਦੇ ਵਿੱਚ ਹੈ, ਜਿਵੇਂ ਮੋਰਚਾ ਖੁੱਲ ਕੇ ਵੈਸਟ ਬੰਗਾਲ ਚ ਪੋਲਿਟਿਕਸ ਵਿੱਚ ਸੀਗਾ। ਜੇ ਵੈਸਟ ਬੰਗਾਲ ਦਾ ਤੁਹਾਨੂੰ ਬੜਾਵਾ ਮਿਲਿਆ ਹੈ ਤੇ ਯੂਪੀ ਤੋਂ ਜਿੱਤਦੇ ਆ ਤਾਂ ਦੇ ਵਿਲ ਕਲੇਮ। ਮੈਂ ਇੱਕ ਹੋਰ ਗੱਲ ਕਹਿਣਾ ਚਾਹ ਰਿਹਾ ਕਿ ਜੇ ਮੋਰਚੇ ਦੀ ਪੋਲੀਟੀਕਲ ਐਕਟੀਵਿਟੀ ਵੈਸਟ ਬੰਗਾਲ ਦੀ ਦੇਖ ਲਈਏ ਤੇ ਪੰਜਾਬ, ਯੂਪੀ ਜਾਂ ਕੱਲ ਨੂੰ ਹਰਿਆਣਾ ਜਦੋਂ ਹੋਏਗਾ ਉਹਦੀ, ਇਹਨਾਂ ਦੋਨਾਂ ਦੇ ਵਿੱਚ ਫਰਕ ਹੈ ਇੱਕ ਬੁਨਿਆਦੀ। ਵੈਸਟ ਬੰਗਾਲ ਆਪਣੇ ਆਪ ਦੇ ਵਿੱਚ ਮੋਰਚੇ ਦਾ ਕੋਈ ਬਹੁਤ ਮੇਜਰ ਪਲੇਗਰਾਊਂਡ ਹੈ ਹੀ ਨਹੀਂ ਸੀ। ਅਸੀਂ ਵੈਸਟ ਬੰਗਾਲ ਬਾਰੇ ਬਾਹਰੋਂ ਬਹਿ ਕੇ ਸਟੈਂਡ ਲੈਣ ਵਰਗੀ ਸਿਚੁਏਸ਼ਨ ਸੀ ਸਾਡੀ, ਲੇਕਿਨ ਯੂਪੀ ਤੇ ਪੰਜਾਬ ਇਹ ਸਾਡੇ ਵਾਸਤੇ ਮਾਮਲਾ ਹੈਗਾ ਖੁਦ ਆਪਣੇ ਘਰ ਦੇ ਅੰਦਰ, ਇੱਥੋਂ ਇੱਥੇ ਐਕਟ ਚੱਲ ਰਿਹਾ। ਸੋ ਉੱਥੇ ਬਾਰੇ ਪੋਜੀਸ਼ਨਾਂ ਲੈਣੀਆਂ ਤੇ ਇੱਥੇ ਬਾਰੇ ਪੋਜੀਸ਼ਨਾਂ ਲੈਣ 'ਚ ਫਰਕ ਹੈ। ਉੱਥੇ ਨੋ ਵੋਟ ਟੂ ਬੀਜੇਪੀ ਇੱਕ ਕੈਂਪੇਨ ਸੀਗੀ, ਉਹ ਨੋ ਵੋਟ ਟੂ ਬੀਜੇਪੀ ਯੂਪੀ 'ਚ ਵੀ ਕੈਂਪੇਨ ਹੋ ਸਕਦੀ ਹੈ, ਨੋ ਵੋਟ ਟੂ ਬੀਜੇਪੀ ਪੰਜਾਬ ਦੇ ਵਿੱਚ ਉਸ ਨੂੰ ਨਹੀਂ ਹੋਣੀ। ਜਿੱਥੇ ਡਾਕਟਰ ਸਾਹਿਬ ਦੀ ਗੱਲ ਰਿਪਰੈਸ਼ਨ ਵੱਲ ਜਾਣੀ ਸ਼ੁਰੂ ਹੁੰਦੀ ਹੈ ਤਾਂ ਕੀ ਕੱਲ ਨੂੰ ਮੋਰਚਾ ਇਹ ਕਾਲ ਦੇ ਸਕਦਾ ਹੈ ਕਿ ਅਸੀਂ ਹਿੰਦੁਸਤਾਨ ਦੀਆਂ ਪੁਲਿਸ ਫੋਰਸਿਸ ਨੂੰ ਕਹਿੰਦੇ ਹਾਂ, ਅਸੀਂ ਹਿੰਦੁਸਤਾਨ ਦੀ ਫੌਜ ਨੂੰ ਕਹਿੰਦੇ ਹਾਂ ਕਿ ਕਿਸਾਨ ਤੁਹਾਡੇ ਬੇਟੇ ਨੇ ਤੇ ਕਿਸਾਨਾਂ ਦੇ ਬੇਟੇ ਪੁਲਿਸ ਵਿੱਚ ਨੇ ਜਾਂ ਕਿਸਾਨਾਂ ਦੇ ਬੇਟੇ ਫੌਜ ਵਿੱਚ ਨੇ, ਸਰਕਾਰ ਕੁਝ ਵੀ ਕਹੇ ਇਹ ਬੜੀ ਹੱਕ ਸੱਚ ਦੀ ਗੱਲ ਕਰ ਰਹੇ ਨੇ, ਇਹਨਾਂ ਦੇ ਉੱਤੇ ਤੁਹਾਡੀ ਡਾਂਗ, ਤੁਹਾਡੀ ਬੰਦੂਕ ਨਹੀਂ ਉੱਠਣੀ ਚਾਹੀਦੀ। ਕੀ ਕੱਲ ਨੂੰ ਮੋਰਚਾ ਇਹ ਕਾਲ ਦੇ ਸਕਦਾ ਹੈ ਤੇ ਕੀ ਇਹ ਕਾਲ ਨੂੰ ਦੋਨੋਂ ਧਿਰਾਂ ਆਪਣੇ ਆਪਣੇ ਤਰੀਕੇ ਨਾਲ ਇੰਟਰਪ੍ਰੈਟ ਕਰ ਸਕਦੀਆਂ ਨੇ? ਇਹ ਖਤਰਨਾਕ ਕਾਲ ਵੀ ਹੋ ਸਕਦੀ ਹੈ ਤੇ ਮੋਰਚੇ ਨੂੰ ਬਿਲਕੁਲ ਠੀਕ ਹੈ। ਜੇ ਅਸੀਂ ਪੁਰਾਣੀ ਹਿਸਟਰੀ ਤੋਂ ਅੱਖਾਂ ਮੀਟਾਂਗੇ ਤਾਂ ਸ਼ਾਇਦ ਸਾਨੂੰ ਇਦਾਂ ਦੀ ਗੱਲਾਂ ਲੱਗੇ ਦੇਖਣ ਨੂੰ ਪਹਿਲੀ ਨਜ਼ਰੇ ਵੀ ਹਾਂ ਇਹ ਆਈਆਂ ਹੋ ਜਾਊਗਾ। ਅੰਗਰੇਜ਼ ਨੂੰ ਹਿੰਦੁਸਤਾਨੀ ਅਫਸਰਾਂ ਨੂੰ ਹਟਾ ਕੇ ਅੰਗਰੇਜ਼ ਅਫਸਰ ਲਾਉਣੇ ਪਏ ਫੌਜ ਦੇ ਵਿੱਚ ਵੀ ਇਹ ਬਗਾਵਤ ਐ ਹੋ ਜੂਗੀ। ਇਹ ਬਗਾਵਤ ਸਭ ਨੂੰ ਪਤਾ ਹੁੰਦਾ ਹੈ। ਕੋਈ ਬੰਦਾ किसानों ने तो पहले दिन तो कहना शुरू करे वहाँ भी हमारा बेटा, यहाँ भी हमारा बेटा, वो अपने बाप के कैसे गोली चलाएगा। और वो ठीक है वो डिसिप्लिनड ने पर वो अंदरों अजे भी नाल ने किसानों के भी यार साडा हो की गया क्योंकि आ तो आपके परिवार चो है ना, मुड़ के भी उत्थे आना। एक दूजी गल यह है कि मोर्चा इन्ना तकड़ा होंदा जांदा है, ये काल देण दी अजे लोड़ नहीं पैनी। मैं आई डोंट थिंक कि भी अजे लोड़ पैगी। जे इंडियन स्टेट रिप्रेशन करन लगदी है, आर्मी तो बहुत लास्ट स्टेज ते बुलाई जाती है। पहला ये अपनी सिविल जिहड़ी अपनी सिविलियन फोर्स है, पैरा मिलिटरी ये अपनी पुलिस फोर्स कोई भी होवे, यूनिफॉर्म फोर्सेस कोई भी हो, मैं वही कहदा अस्करी मतलब जे हमला नहीं कोशिश करेगी वो यूनिफॉर्म फोर्स पहले यूपी दे विचों जिहड़े तुहानूं कल देखिया होना अंदोलन करदियां कुड़ियां की कुछ कर रहीआं सी, किवें ओहदे मोढे ते सੱਟ लगी। सो अज सिचुएशन की है, योगी जी जिन्ना मर्जी जोर ला लेना, मोदी जी जिन्ना मर्जी जोर रिप्रेशन जे करनगे एक लाइन च मैं कहांगा रिप्रेशन इन्हां दे कफन च बड़ा किल होएगा। अज तक ये रिप्रेशन कर सकते सी किसानां दोनों रिप्रेशन हो सकदे ना, जे यूपी विच हो गया ते प्रिवेंटिव होएगा ते जे आफ्टर पंजाब हो गया ते रिएक्टिव होएगा। हां मैं ये कहना इन्हां नूं रिप्रेशन तो किसी ने नहीं रोकिया सी अज तक। ਇਹ ਐ ਨਹੀਂ ਵੀ ਇਹਨਾਂ ਕੋਲ ਫੋਰਸ ਨਹੀਂ ਹੈ, ਇਹ ਰੋਕੇ ਇਸ ਕਰਕੇ ਇਹਨਾਂ ਨੂੰ ਪਤਾ ਵੀ ਇਹਦਾ ਰੀਪਰਕਸ਼ਨ ਕੀ ਹੋਏਗਾ। ਨਹੀਂ ਅਜੇ ਤੱਕ ਤਾਂ ਸ਼ਾਇਦ ਰਿਪਰੈਸ਼ਨ ਯੂਪੀ ਨੇ ਵੀ ਰੋਕਿਆ ਹੋਇਆ ਹੈ ਨਾ। ਹਾਂ ਨਹੀਂ ਇਸੇ ਕਰਕੇ ਰੋਕਿਆ ਹੋਇਆ ਔਰ ਯੂਪੀ ਹਾਰਨਾ ਜਿੰਨਾ ਹੋਰ ਗੱਲ ਆ ਉਹ ਰਿਪਰੈਸ਼ਨ ਕਰਾਏਗੀ ਲੋਕਾਂ ਤੋਂ, ਉਹ ਫੋਰਸਸ ਨਹੀਂ ਯੂਜ਼ ਕਰੇਗੀ। ਕਿਸਾਨ ਮੋਰਚਾ ਇਸ ਗੱਲ ਦੇ ਉੱਤੇ ਚੇਤਨਾ ਹੈ, ਉਹਨੇ ਸ਼ੁਰੂ ਕਰਤਾ ਇੱਕ ਟ੍ਰੇਲਰ। ਮੈਂ ਛੋਟੀ ਜੀ ਗੱਲ ਕਹਾਂਗਾ ਕਿ ਕਿਸਾਨਾਂ ਦੀ ਚੇਤਨਾ ਵਾਸਤੇ ਹੈ। ਉਹਨਾਂ ਨੇ ਮਵਾਤ ਦੇ ਵਿੱਚ ਇੱਕ ਮੁਹੰਮਦਨ ਇੱਕ ਹਿੰਦੂ ਨੂੰ ਮਰਵਾ ਕੇ ਉੱਥੇ ਫਿਰ ਕਰਾਈ ਟ੍ਰਾਈਡ ਐਂਡ ਟੈਸਟਡ ਟੈਕਟਿਕਸ ਹੈ। ਇਹ ਟੈਕਟਿਕਸ ਉਹ ਵਰਤਣਗੇ ਯੂਪੀ ਚ ਵਰਤਣਗੇ। ਮੈਂ ਇੱਕ ਗੱਲ ਇਹ ਕਹਿਣਾ ਚਾਹ ਰਿਹਾ ਇਸ ਦੇ ਵਿੱਚ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਇਲੈਕਸ਼ਨ ਜਿੱਤਣਾ ਜਿਹੜਾ ਹੈਗਾ ਉਹਨਾਂ ਨੂੰ ਕੋਈ ਮੋਰਲ ਵਿਕਟਰੀ ਦੇ ਦੇਗਾ ਜਾਂ ਕੁਛ ਹੈ। ਇੱਕ ਗੱਲ ਅਸੀਂ ਇਹ ਸਮਝਦੇ ਹਾਂ ਮੋਦੀ ਦੀ ਇਲੈਕਸ਼ਨ ਜਿੱਤਣ ਨੇ ਹੀ ਇਹ ਕਾਨੂੰਨਾਂ ਦਾ ਰਾਹ ਪੱਧਰਾ ਕੀਤਾ ਸੀ 303 ਦੀ ਇਲੈਕਸ਼ਨ। ਸੋ ਅੱਜ ਦੇਸ਼ ਦੇ ਵਿੱਚ ਜਿਹੜਾ ਹਿੱਸਾ ਘੱਟੋ ਘੱਟ ਕਿਸਾਨੀ ਕਾਨੂੰਨਾਂ ਦੀ ਗ੍ਰੈਵਿਟੀ ਨੂੰ ਸਮਝ ਗਿਆ, ਅੰਦੋਲਨ ਦੀ ਗ੍ਰੈਵਿਟੀ ਨੂੰ ਸਮਝ ਗਿਆ, ਉਹਨੂੰ ਇਸ ਗੱਲ ਨਾਲ ਘੱਟੋ ਘੱਟ ਕੋਈ ਫਰਕ ਨਹੀਂ ਪੈਂਦਾ ਕਿ ਇਹਨਾਂ ਦੀ ਇਲੈਕਸ਼ਨ ਜਿੱਤ ਉਹ ਠੀਕ ਆ, ਉਹ ਆਪਣੇ ਆਪ ਨੂੰ ਬੋਲਡ ਮਹਿਸੂਸ ਕਰਦੇ। ਕਮ ਬੈਕ ਇਨ ਦ ਨੈਕਸਟ ਸੈਗਮੈਂਟ ਮੈਂ ਆਪਾਂ ਇਹਦੇ ਬਾਰੇ ਐਗਜ਼ੈਕਟਲੀ ਗੱਲ ਕਰਾਂਗੇ ਕਿ ਦੇਸ਼ ਦਾ ਕਿਹੜਾ ਹਿੱਸਾ ਕਿੰਨਾ ਸਮਝ ਗਿਆ ਔਰ ਖਾਸ ਤੌਰ ਤੇ ਜਿਹੜੀਆਂ ਦੇਸ਼ ਦੀਆਂ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਨੇ। ਤੁਹਾਡੀ ਸਾਰੀ ਲੜਾਈ ਕੇਂਦਰਿਤ ਹੁੰਦੀ ਜਾ ਰਹੀ ਹੈ ਬੀਜੇਪੀ ਤੇ ਇਹ ਖਿੱਤੇ ਨੂੰ ਖੇਤੀ ਕਾਨੂੰਨ ਲਿਆਉਣ ਵਾਲੀ ਹਕੂਮਤ ਦੇ ਉੱਤੇ, ਪਰ ਦੇਸ਼ ਦੇ ਬਾਕੀ ਦੇ ਪੋਲੀਟੀਕਲ ਢਾਂਚੇ ਨੇ, ਡੀਪ ਪੋਲੀਟੀਕਲ ਇਸਟੈਬਲਿਸ਼ਮੈਂਟ ਨੇ ਇਸ ਆਪਣਾ ਅਪਰੋਚ ਕਿੱਥੇ ਜ਼ਾਹਿਰ ਕੀਤੀ ਹੈ, ਉਹ ਕਿੱਥੇ ਸਾਹਮਣੇ ਆਈ ਹੈ। ਉਹ ਵੀ ਇੱਕ ਅੰਦੋਲਨ ਦੀ ਬੜੀ ਲਿਮਿਟੇਸ਼ਨ ਹੈ। ਵੀਲ ਟਾਕ ਅਬਾਊਟ ਦੈਟ ਆਫਟਰ ਦਿਸ ਬ੍ਰੇਕ।
ਡਾਕਟਰ ਪੈਰਲਾਲ ਗਰਗ ਜੀ, ਜੇ ਮੋਰਚਾ ਖੇਤੀ ਨਾਲ ਸੰਬੰਧਿਤ ਕਾਨੂੰਨਾਂ ਬਾਰੇ ਹੈ ਤਾਂ ਦਰਅਸਲ ਮੋਰਚਾ तमाम ਖੇਤੀ ਦੇ ਸੰਕਟ ਬਾਰੇ ਹੈ। ਦਰਅਸਲ ਫਿਰ ਮੋਰਚਾ ਬਹੁਤ ਸਾਰੀਆਂ ਹੋਰ ਰਿਲੇਟਡ ਚੀਜ਼ਾਂ ਬਾਰੇ ਹੈ। ਇਹ ਫੈਡਰਲਿਜ਼ਮ ਦੇ ਵੱਡੇ ਸਵਾਲਾਂ ਬਾਰੇ ਹੈ, ਕਿਉਂਕਿ ਖੇਤੀ ਕਾਨੂੰਨ ਤਾਂ ਹੀ ਪਾਸ ਹੋਏ ਨੇ ਜੇ ਫੈਡਰਲਿਜ਼ਮ ਦੇ ਮੁੱਦੇ ਡਿਲੀਟ ਹੋਏ ਨੇ। ਮੋਰਚਾ ਦਰਅਸਲ ਅਨਇੰਪਲੋਇਮੈਂਟ ਤੋਂ ਲੈ ਕੇ ਔਰਤਾਂ ਦੇ ਅਧਿਕਾਰਾਂ ਤੋਂ ਲੈ ਕੇ ਦਲਿਤਾਂ ਦੀਆਂ ਬਸਤੀਆਂ ਦੇ ਵਿੱਚ ਹਾਲਾਤਾਂ ਤੋਂ ਲੈ ਕੇ तमाम ਚੀਜ਼ਾਂ ਨੂੰ ਆਪਣੇ ਵਿੱਚ ਵਲੇਟੀ ਬੈਠਾ ਹੈ। ਕਿਹੜੀ ਪੋਲੀਟੀਕਲ ਪਾਰਟੀ ਨੇ, ਭਾਵੇਂ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਮੋਰਚੇ ਨੂੰ ਇਸ ਵੇਲੇ ਹਮਾਇਤ ਦੇ ਰਹੀਆਂ ਨੇ, ਉਹਨਾਂ ਵਿੱਚੋਂ ਇੱਕ ਦਾ ਵੀ ਕੋਈ ਵਾਈਟ ਪੇਪਰ ਆਇਆ, ਕਿਸੇ ਦਾ ਕੋਈ ਵਿਊ ਸਾਹਮਣੇ ਆਇਆ ਕਿ ਸਾਡੀ ਖੇਤੀਬਾੜੀ ਬਾਰੇ, ਖੇਤੀਬਾੜੀ ਦੇ ਸੰਕਟ ਬਾਰੇ ਇਹ ਵਡੇਰੇ ਰੂਪ ਦੇ ਵਿੱਚ ਅਪਰੋਚ ਹੈ? ਕਿਹੜੀ ਪੋਲੀਟੀਕਲ ਪਾਰਟੀ ਨੇ ਕਿਹਾ ਕਿ ਅਸੀਂ ਇਸ ਸਮਝ ਤੋਂ ਹੁਣ ਕਿਨਾਰਾ ਕਰ ਲਿਆ ਕਿ ਲੋਕਾਂ ਨੂੰ ਪਿੰਡਾਂ ਵਿੱਚੋਂ ਕੱਢ ਕੇ ਸ਼ਹਿਰਾਂ ਵਿੱਚ ਧੱਕਣਾ ਹੀ ਪਵੇਗਾ ਤੇ ਉਹ ਮਜ਼ਦੂਰੀ ਵਿੱਚ ਲਿਆਣੇ ਹੀ ਪੈਣਗੇ? ਜੇ ਕੋਈ ਵੀ ਪੋਲੀਟੀਕਲ ਪਾਰਟੀ ਇਹਦੇ ਤੇ ਅਜੇ ਤੱਕ 8 ਮਹੀਨਿਆਂ ਬਾਅਦ ਆਪਣੇ ਸੋਚ ਬਾਰੇ ਇੱਕ ਸਿੰਗਲ ਕਾਗਜ਼ ਵੀ ਪੇਸ਼ ਨਹੀਂ ਕਰ ਸਕੀ, ਕਿਸੇ ਦਾ ਕੋਈ ਵਿਊ ਸਾਹਮਣੇ ਨਹੀਂ ਆਇਆ, ਤਾਂ ਫਿਰ ਮੋਰਚਾ ਇੱਕ ਭਾਜਪਾ ਦੇ ਖਿਲਾਫ ਹੈ। ਇਹਦੀ ਜਗ੍ਹਾ ਤੇ ਕੋਈ ਦੂਜੀ ਪਾਰਟੀ ਆ ਜਾਏਗੀ ਜਾਂ ਭਾਜਪਾ ਦੁਆਰਾ ਆ ਜਾਏਗੀ। ਫਿਰ ਮੋਰਚੇ ਦੇ ਉੱਤੇ ਇੱਕ ਸਵਾਲ ਤਾਂ ਇਹ ਵੀ ਹੈ ਕਿ ਮੋਰਚੇ ਨੇ ਆਫਟਰ ਆਲ ਆਪੋਜੀਸ਼ਨ ਕੀ ਬਣਾਈ ਆਪਣੀ? ਬਿਲਕੁਲ ਠੀਕ ਹੈ। ਅਜੇ ਤਾਂ ਆਪੋਜੀਸ਼ਨ ਪਾਰਟੀਆਂ ਹੈਗੀਆਂ ਨਾ ਹੁਣ ਤਾਂ ਹਿੰਦੁਸਤਾਨ 'ਚ, ਉਹਨਾਂ ਦੀ ਵੀ ਨੀਤੀ ਤਾਂ ਉਹੀ ਹੈ, ਲੈ ਕੇ ਵੀ ਉਹੀ ਆਈਆਂ ਸੀ। ਇੱਕ ਵੀ ਚਾਹੇ ਰੀਜਨਲ ਪਾਰਟੀਆਂ ਨੇ, ਉਹਨਾਂ ਦੀ ਕਿਹੜਾ ਨੀਤੀ ਉਹੀ ਨਹੀਂ, ਉਹੀ ਪ੍ਰੋ ਕੈਪੀਟਲਿਸਟ, ਪ੍ਰੋ ਮੈਂ ਕਹਾਂਗਾ ਟੈਕਨੋਲੋਜੀ ਤੇ ਕਾਰਪੋਰੇਟ ਦੇ ਵੱਲ ਨੂੰ ਜਾਣ ਵਾਲੀ ਹੈ। ਸੋ ਉਹ ਨੀਤੀ ਠੀਕ ਹੈ, ਪਰ ਜਦ ਅੰਗਰੇਜ਼ ਸੀ ਉਦੋਂ ਤਾਂ ਕੋਈ ਵੱਖਰੀ ਪੋਲੀਟੀਕਲ ਪਾਰਟੀ ਹੈ ਹੀ ਨਹੀਂ ਸੀ। ਉਦੋਂ ਵੀ ਉਸ ਆਜ਼ਾਦੀ ਦੀ ਲੜਾਈ ਚੋਂ ਨਿਕਲ ਕੇ ਆਈਆਂ ਨਾ। ਹੁਣ ਜਿਹੜਾ ਕਿਸਾਨੀ ਮੋਰਚਾ ਲੜ ਰਿਹਾ ਹੈ, ਉਹਨੇ 3 ਗੱਲਾਂ ਬੜੀਆਂ ਸਪਸ਼ਟ ਕਰੀਆਂ ਨੇ। ਇੱਕ ਤਾਂ 2024 ਤਾਂ ਉਹਨਾਂ ਨੇ ਕਹੀ ਦਿੱਤਾ ਟਿਕਾਇਆ ਸਾਧਾਰਨ ਕੋਈ ਨਹੀਂ ਬੈਠੇਗੇ। ਦੂਜੀ ਗੱਲ ਉਹਨਾਂ ਨੇ ਇਹ ਕਹਿਤੀ ਰਾਜੇਵਾਲ ਸਾਹਿਬ ਨੇ ਕਿ ਕੋਈ ਗੱਲ ਨਹੀਂ, ਇਹਦੇ ਵਿੱਚੋਂ ਕੁਛ ਨਿਕਲ ਉਹਨਾਂ ਕੁਛ, ਤੁਸੀਂ ਕਹਿੰਦੇ ਮੈਂ ਨਹੀਂ ਚੋਣ ਚਾਹੁੰਦਾ ਨਹੀਂ, ਪਰ ਇਹ ਜਿਹੜਾ ਮੋਰਚਾ ਇਹਦੇ 'ਚ ਇੰਨੀ ਵੱਡੀ ਲੀਡਰਸ਼ਿਪ ਪੈਦਾ ਹੋ ਰਹੀ ਹੈ, ਨੌਜਵਾਨ ਨਿਕਲਣਗੇ, ਔਰਤਾਂ ਨਿਕਲਣਗੀਆਂ। ਇੱਕ ਇਹ ਤੀਜੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਹਰਿਆਣੇ ਦੀਆਂ 70 ਸਾਲ ਦੀਆਂ ਔਰਤਾਂ ਨੂੰ ਇੱਕ ਐਂਕਰ ਪੁੱਛ ਰਿਹਾ ਸੀ, ਉਹਨਾਂ ਦੀ ਜਿਹੜੀ ਆ ਸਭਾ ਹੁੰਦੀ ਹੈ ਨਾ, ਜਿਹੜੀ ਕਹਿੰਦੇ ਨੇ ਖਾਪ ਪੰਚਾਇਤ, ਉਹ ਕਹਿਣ ਲੱਗੇ ਵੀ ਆਪ ਕਿਉਂ ਅੰਦੋਲਨ ਕਰ ਰਹੇ हैं? देखिए छोरे को नौकरी नहीं मिली, 5000 रुपये लगा रहा है। बिल्कुल अंदोलन च लोग इसलिए नहीं मतलब वो जेड़ा तुसी कहना अनएम्प्लॉयमेंट, वो कंसर्न ने। फिर कहंदी किसी ने पूछा तो ये कैसे काटेंगे गेहूं, कैसे काटेंगे? वो भी काटेंगे और मोर्चा भी लगाएंगे। किसी ने पूछा कि और रात को गेहूं कटेंगे, दिन को मोर्चा लगाएंगे। फिर किसी ने पूछा मोदी बड़ा जिद्दी है, कहने लगे क्या हम कम जिद्दी हैं? सो आज स्टेक्स कलियां पंजाब दियां नहीं। ਇੱਕ ਦੂਜੀ ਗੱਲ ਜਿਹੜੀ ਤੁਸੀਂ ਰੈਸਟ ਆਫ ਦਾ ਪੋਲੀਟੀਕਲ ਪਾਰਟੀਜ਼ ਦਾ ਵਿਊ ਪੁਆਇੰਟ ਕਿੱਥੇ ਹੈ? ਮੈਂ ਉਸ ਤੇ ਆਉਣਾ ਜਿਹੜੀਆਂ ਤੁਹਾਡੀਆਂ ਹਮਾਇਤੀ ਨੇ ਉਹਨਾਂ ਦਾ ਨਾ ਉਹ ਹਮਾਇਤੀ ਨਹੀਂ ਹੈ, ਉਹਨਾਂ ਦੀ ਮਜਬੂਰੀ ਹੈ। ਅੱਜ ਜਿਹੜਾ ਹਮਾਇਤ ਦੇ ਵੱਡੇ ਪੋਸਟਰ ਲੈ ਕੇ ਪਾਰਲੀਮੈਂਟ ਨਹੀਂ ਚੱਲਣ ਦੇ ਰਹੀਆਂ। ਜਿਹੜਾ ਮਰਜ਼ੀ ਅੰਦੋਲਨ ਕਰਨ ਲੱਗ ਜੇ, ਜਿਹੜੀ ਪਾਰਟੀ ਪਾਵਰ 'ਚ ਉਹਦੇ ਉਲਟਾ ਦੀ ਉਹਨਾਂ ਦੀ ਅੰਦੋਲਨਕਾਰੀਆਂ ਦੀ ਹਮਾਇਤੀ ਹੁੰਦੀ ਹੈ, ਚਾਹੇ ਬੰਦੇ 4 ਹੋਣ। ਇਹ ਆਪਾਂ ਇਹ ਭੁੱਲ ਜਾਈਏ ਵੀ ਉਹ ਐ ਹਮਾਇਤੀ ਨੇ। ਜੇ ਦਿਲੋਂ ਹਮਾਇਤੀ ਹੁੰਦੀਆਂ ਅੱਜ, ਜਿੱਦੇ ਹਮਾਇਤੀ ਸੀਗੇ ਮਦਨ ਮੋਹਨ ਮਾਲਵੀਆ ਜੀ ਨੇ ਤੇ ਮੁਹੰਮਦ ਅਲੀ ਜਿਨਾਹ ਨੇ ਰੋਲਟ ਐਕਟ ਦੇ ਉੱਤੇ ਜ਼ਿਲ੍ਹਿਆਂ ਵਾਲੇ ਬਾਗ ਤੇ ਗੋਲੀ ਚੱਲਣ ਤੋਂ ਬਾਅਦ ਰਿਜ਼ਾਈਨ ਕਰਿਆ ਸੀ ਇੰਪੀਰੀਅਲ ਕੌਂਸਲ ਦੇ ਵਿੱਚੋਂ। ਇਹਨਾਂ ਚੋਂ ਇੱਕ ਐਮਪੀ ਨੇ ਕਰਿਆ ਰਿਜ਼ਾਈਨ, ਮਿਨਿਸਟਰੀ ਛੱਡੀ ਆ ਇੱਕ ਨੇ, ਮਿਨਿਸਟਰੀ ਜੁੜ ਛੱਡੀ ਆ, ਉਹਨਾਂ ਦਾ ਸਾਥ ਛੱਡਿਆ। ਉਹ ਕਹਿੰਦੇ ਜੰਤਰ ਮੰਤਰ ਤੇ ਅਸੀਂ ਬਿਸਤਰੇ ਲਾ ਕੇ ਬੈਠੇ। ਨਹੀਂ ਉਹ ਜੰਤਰ ਮੰਤਰ ਬਿਸਤਰੇ ਹੋਰ ਲਾਉਣਾ, ਪਰ ਮਿਨਿਸਟਰੀ ਛੱਡੀ ਆ। ਇਹ ਵੈਲਿਊਏਬਲ ਆ, ਇਹਨੂੰ ਮੈਂ ਡਿਨਾਈ ਨਹੀਂ ਕਰਦਾ। ਜੇ ਸਾਰੇ ਇਸ ਤਰ੍ਹਾਂ ਲੱਗ ਜਾਂਦੇ ਵੀ ਚਲੋ ਜੀ ਇੱਕ ਸਾਡਾ ਐਮਪੀ ਰਿਜ਼ਾਈਨ ਕਰਿਆ, 4 ਸਾਲ ਪਏ ਸੀ ਮਿਨਿਸਟਰੀ ਦੇ ਜਦੋਂ ਛੱਡੀ ਹੈ। ਹਾਂ ਮੈਂ ਇਹੀ ਕਹਿੰਦਾ, ਨਾਟ ਓਨਲੀ ਦੈਟ ਉਹਦਾ ਜਿਹੜਾ ਇੰਨੇ ਦੇਰ ਤੋਂ ਉਹਨਾਂ ਦਾ ਪਾਰਟਿਸਪੈਂਟ ਸੀਗਾ ਉਹ ਵੀ ਛੱਡਿਆ, ਉਹਦੇ ਹਿੱਸਾ ਬਣਨਾ ਵੀ ਛੱਡਿਆ। ਇਹ ਸਾਨੂੰ ਨੀਅਰ ਹਿਸਟੋਰੀਕਲ ਅਲਾਈਅੰਸ ਸੀ। ਹਾਂ ਇਹਨੂੰ ਜਿਹੜਾ 9 ਮਾਸ ਦਾ ਰਿਸ਼ਤਾ ਕਹਿੰਦੇ ਸੀ ਉਹ ਤੋੜਤਾ। ਤੇ ਇਹ ਕਹਿਣਾ ਨਾ ਬੜਾ ਸੌਖਾ ਹੁੰਦਾ ਹੈ, ਛੱਡਣਾ ਬੜਾ ਔਖਾ ਹੁੰਦਾ। ਇਹ ਗੱਲਾਂ ਨੇ। ਜੇਜੇਪੀ ਤੋਂ ਨਾ ਕਿਉਂ ਛੱਡਿਆ ਗਿਆ ਵੀ? ਜੇਜੇਪੀ ਵਾਲਾ ਤਾਂ ਇੱਕ ਸਿਰਫ ਡਿਪਟੀ ਸੀਐਮ ਹੈ, ਚੋਣਾਂ ਵੀ ਵੱਖਰੀਆਂ ਲੜਿਆ ਸੀ, ਕੋਈ 9 ਮਾਸ ਦਾ ਰਿਸ਼ਤਾ ਨਹੀਂ ਸੀ, ਉਹਨੇ ਨਾ ਛੱਡਤਾ। ਸੋ ਇਸ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੋਲੀਟੀਕਲ ਪਾਰਟੀਆਂ ਬੇਸ਼ੱਕ ਮਜਬੂਰੀ 'ਚ ਮਦਦ ਕਰ ਰਹੀਆਂ ਨੇ, ਪੋਲੀਟੀਕਲ ਪਾਰਟੀਆਂ ਦੇ ਅੰਦਰ ਵੀ ਸੋਚ ਇੱਕ ਬਦਲੇਗੀ ਕਿ ਬਿੱਲ ਤਾਂ ਹੁਣ ਵਾਪਸ ਲੈਣੇ ਪੈਣੇ ਨੇ। ਬਿੱਲ ਵਾਪਸ ਹੋ ਜਾਣਗੇ ਕਮਲਜੀਤ, ਬਿੱਲ ਵਾਪਸ ਹੋ ਜਾਣਗੇ, ਪਰ ਜੇ ਪੋਲੀਟੀਕਲ ਪਾਰਟੀਆਂ ਦਾ ਕੋਈ ਮੰਥਨ ਕੀਤਾ ਹੋਇਆ, ਚਿੰਤਨ ਕੀਤਾ ਹੋਇਆ ਆਲਟਰਨੇਟਿਵ ਵਿਊ ਪੁਆਇੰਟ ਸਾਹਮਣੇ ਨਹੀਂ ਆ ਰਿਹਾ, ਤਾਂ ਉਹਦਾ ਇੱਕ ਮਤਲਬ ਇਹ ਹੈ ਕਿ ਉਹਨਾਂ ਦਾ ਵਿਊ ਪੁਆਇੰਟ ਆਲਟਰਨੇਟਿਵ ਨਹੀਂ ਹੈਗਾ। ਉਹ ਇਸੇ ਸੋਚ ਦੇ ਨਾਲ ਹੀ ਨੇ। ਜੇ ਇਹ 3 ਵਾਪਸ ਹੋ ਵੀ ਜਾਣਗੇ 3 ਬਿੱਲ, ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹੀ ਤਿੰਨੋਂ ਬਿੱਲ ਜਾਂ ਇਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਦੁਬਾਰਾ ਆਵੇਗੀ ਤੇ ਸ਼ਾਇਦ ਹੋਰ ਵੀ ਖਤਰਨਾਕ ਤਰੀਕਿਆਂ ਦੇ ਨਾਲ ਆ ਜਾਵੇ। ਬਿਲਕੁਲ ਇਸ ਅੰਦੋਲਨ ਨੇ ਇੱਕ ਕੰਮ ਤਾਂ ਇਹ ਕਰ ਦਿੱਤਾ ਨਾ ਕਿ ਸਾਰਿਆਂ ਨੂੰ ਇਹ ਇੰਡੀਕੇਸ਼ਨ ਦੇਤੀ ਕਿ ਜਿਹੜਾ ਹੁਣ ਤੱਕ ਕਿਸੇ ਨੇ ਹੋਰ ਨੇ ਛੇੜਿਆ ਨਹੀਂ ਸੀਗਾ ਤਾਂ ਉਹ ਠੀਕ ਹੀ ਸੀਗਾ ਕਿ ਨਹੀਂ ਛੇੜਿਆ ਸੀਗਾ, ਤੇ ਹੁਣ ਵੀ ਗਾਂ ਵਾਸਤੇ ਵੀ ਕਿਸੇ ਨੇ ਬੀਜੇਪੀ ਵੀ ਦੁਬਾਰਾ ਛੇੜਨ ਵਾਸਤੇ ਹਿੰਮਤ ਨਾ ਕਰੇ। ਸੋ ਇੱਕ ਗੱਲ ਤਾਂ ਦੇਖੋ ਮੈਨੂੰ ਲੱਗਦਾ ਇਹ ਥੋੜੀ ਐਕਸਪੈਕਟੇਸ਼ਨ ਵਾਲਾ ਮਾਮਲਾ ਵੀ ਹੈ। ਨਹੀਂ ਮੈਂ ਮਿਸਿੰਗ
ਬਹਿਸ ਬਾਰੇ ਕਰ ਰਹੇ ਹਾਂ, ਐਕਸਕਿਊਜ਼ ਮੀ ਮੈਂ ਤੁਹਾਨੂੰ ਦੁਬਾਰਾ ਟੋਕ ਰਿਹਾ ਕਿ ਜੇ ਫੈਡਰਲਿਜ਼ਮ ਦਾ ਮੁੱਦਾ ਇੰਨਾ ਵੱਡਾ ਸੀ, ਜਿਹੜਾ ਸਟਰੋਂਗੈਸਟ ਲੀਗਲ ਆਰਗੂਮੈਂਟ ਹੈ ਬਿੱਲਾਂ ਦੇ ਖਿਲਾਫ, ਉਹ ਫੈਡਰਲਿਜ਼ਮ ਦਾ ਮੁੱਦਾ, ਠੀਕ ਹੈ ਨਾ। ਜੇ ਫੈਡਰਲਿਜ਼ਮ ਦਾ ਮੁੱਦਾ ਸੀ, ਕੀ ਕਾਂਗਰਸ ਦਾ ਕੋਈ ਵਿਊ ਪੁਆਇੰਟ ਸਾਹਮਣੇ ਆਇਆ ਕਿ ਅਸੀਂ ਇਹ ਸਾਰੀਆਂ ਫੈਡਰਲ ਵੈਲਿਊਜ਼ ਨੂੰ ਕਿਵੇਂ ਰਿਸਟੋਰ ਕਰਨਾ ਚਾਹ ਰਹੇ ਹਾਂ? GST ਤੋਂ ਲੈ ਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੋਂ NIA ਤੋਂ ਲੈ ਕੇ ਤਮਾਮ ਤਰੀਕੇ ਨਾਲ ਲਗਾਤਾਰ ਫੈਡਰਲਿਸਟ ਢਾਂਚਾ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਜਾ ਰਿਹਾ ਹੈ, ਐਂਡ ਮੋਦੀ ਇਜ਼ ਚੈਲੰਜਿੰਗ them ਕਿ ਤੁਸੀਂ ਕਹੋ ਕਿ 370 ਨੂੰ ਦੁਬਾਰਾ ਰਿਸਟੋਰ ਕਰਾਂਗੇ, ਤੁਸੀਂ ਆਓ ਨਾ ਫੈਡਰਲਿਜ਼ਮ ਦੇ ਉੱਤੇ। ਹਾਂ, ਤੇ ਕਾਂਗਰਸ ਇਜ਼ ਨਾਟ ਟੇਕਿੰਗ ਦੈਟ ਪੰਗਾ ਨਾ, ਉਸੇ ਤਾਂ ਕਾਂਗਰਸ ਨਹੀਂ ਜਾ ਰਹੀ। ਇਸੇ ਕਰਕੇ ਹੋ ਕੀ ਰਿਹਾ ਦੇਖੋ, ਮੈਂ ਤੁਸੀਂ ਮੈਨੂੰ ਬਹੁਤ ਵਿਸ਼ਫੁਲ ਕਹਿ ਸਕਦੇ ਹੋ, ਐਂਬੀਸ਼ੀਅਸ ਕਹਿ ਸਕਦੇ ਹੋ ਓਵਰ, ਲੇਕਿਨ ਜਦੋਂ ਤੋਂ ਇਹ 200 ਬੰਦਿਆਂ ਦੀ ਜਿਹੜੀ ਸੰਸਦ ਹੈ ਨਾ ਕਿਸਾਨ, ਇਹਦੀ ਬੜੇ ਸਿੰਬੋਲਿਜ਼ਮ ਹੈ ਜਿਹਨੂੰ ਧਿਆਨ ਨਾਲ ਦੇਖਣਾ। ਆਪਾਂ ਬੰਦੇ 200 ਉੱਥੇ, ਅਸੀਂ 450 ਵੀ ਬਿਠਾ ਸਕਦੇ ਸੀਗੇ, 550 546 ਵੀ ਬਿਠਾ ਸਕਦੇ ਸੀਗੇ ਜੀ। ਲੇਕਿਨ ਮੈਨੂੰ ਇਹ ਲੱਗਦਾ ਹੈ ਭਾਵੇਂ ਕਿਸੇ ਨੇ ਸੋਚਿਆ ਨਹੀਂ ਇਸ ਤਰ੍ਹਾਂ, ਪਰ ਇਹ ਆਟੋਮੈਟਿਕਲੀ ਇਦਾਂ ਹੋ ਗਿਆ ਹੈ ਵੀ ਇਹ ਸ਼ਾਇਦ ਨਾ ਬਾਕੀ ਦੀਆਂ ਸੀਟਾਂ ਵਿਹਲੀਆਂ ਪਈਆਂ ਨੇ ਵੀ ਮਜ਼ਦੂਰ ਵੀ ਆਉਣ, ਨੌਜਵਾਨ ਵੀ ਆਣ, ਇਹ ਸਾਡੀਆਂ ਸੀਟਾਂ ਵਿਹਲੀਆਂ ਪਈਆਂ ਨੇ ਉੱਥੇ ਕਰੀਬ ਇਹ ਪੋਸਟ ਫੈਕਟੋ ਇੰਟਰਪ੍ਰੀਟੇਸ਼ਨ ਹੈ, ਬਟ ਐਨੀਵੇ ਹਾਂ ਬਿਲਕੁਲ ਪੋਸਟ ਫੈਕਟੋ ਹੈ, ਮੈਂ ਕਹਿ ਰਿਹਾ ਪੋਸਟ ਫੈਕਟੋ ਹੈ, ਲੇਕਿਨ ਤੁਸੀਂ ਦੇਖੋ ਟਰੈਵਲ ਕਰਦੀ, ਰੈਜ਼ੋਨੇਟ ਕਰਦੀ, ਅਸੀਂ ਇਹ ਗੱਲ ਕਰਕੇ ਦੇਖੀ ਹੈ ਲੋਕਾਂ ਦੇ ਨਾਲ। ਤੇ ਇਹ ਇੱਕਦਮ ਇੱਕ ਗੱਲ ਇਹ ਕਹਿ ਰਿਹਾ, ਦੂਜੀ ਗੱਲ ਇਹ ਕਿ ਜਿਹੜੀਆਂ ਪਾਰਟੀਆਂ ਅੰਦਰ ਸੰਸਦ ਦੇ ਕੁਝ ਨਹੀਂ ਕਰ ਰਹੀਆਂ, ਮੈਂ ਇਹ ਫਲੈਸ਼ ਪੁਆਇੰਟ ਤੁਹਾਨੂੰ ਯਾਦ ਕਰਾ ਰਿਹਾ, ਇਤਿਹਾਸਕ ਹੈ, ਤੁਸੀਂ ਕਹੋਗੇ ਕਾਮਰੇਡ ਨੇ ਤੇ ਉਹ ਵਾਲੀ ਗੱਲ ਉਧਰੋਂ ਐਗਜ਼ਾਮਪਲ ਲੈਣਾ ਹੈ, ਪਰ ਹੈ ਐਗਜ਼ਾਮਪਲ ਰੈਲੇਵੈਂਟ ਹੈ। 1917 ਦਾ ਰੂਸ, ਕਮਿਊਨਿਸਟ ਪਾਰਟੀਆਂ ਸਣੇ ਹੋਰ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਪਾਰਲੀਮੈਂਟ ਦੇ ਵਿੱਚ ਜਿੱਤ ਕੇ ਬੈਠੀਆਂ ਹੋਈਆਂ ਨੇ, ਉਧਰ ਮਜ਼ਦੂਰਾਂ ਦਾ ਆਲ ਰਸ਼ੀਆ ਇਜਲਾਸ ਚੱਲ ਰਿਹਾ ਹੈ, ਕਿਸਾਨਾਂ ਦਾ ਆਲ ਰਸ਼ੀਆ ਇਜਲਾਸ ਚੱਲ ਰਿਹਾ ਹੈ, ਤੇ ਫੌਜੀਆਂ ਦੇ ਡਿਪਟੀਆਂ ਦਾ ਆਲ ਰਸ਼ੀਆ ਇਜਲਾਸ ਚੱਲ ਰਿਹਾ ਹੈ, ਤੇ ਇਹ ਬੈਠ ਕੇ ਉੱਥੇ ਕਹਿੰਦੇ ਨੇ ਪਾਰਲੀਮੈਂਟ 'ਚ ਵੀ ਆਪਾਂ ਕਿਹਦੇ ਨੁਮਾਇੰਦੇ ਬੈਠੇ ਇੱਥੇ, ਮਜ਼ਦੂਰਾਂ ਦੇ ਨੁਮਾਇੰਦੇ ਉਹ ਬੈਠੇ ਆਪਦੇ ਇਜਲਾਸ 'ਚ, ਕਿਸਾਨਾਂ ਦੇ ਨੁਮਾਇੰਦੇ ਆਪਦੇ ਇਜਲਾਸ 'ਚ, ਫੌਜੀਆਂ ਦੇ ਨੁਮਾਇੰਦੇ ਖੰਦਕਾਂ 'ਚ ਆਏ ਹੋਏ ਨੇ ਆਪਦੇ ਇਜਲਾਸ ਦੇ ਵਿੱਚ, ਆਲ ਪਾਵਰ ਟੂ ਦਾ ਪੀਪਲ। ਇਹ ਵਕਤ ਆ ਰਿਹਾ 1900 ਤੋਂ 1917 ਦੇ ਵਿਚਕਾਰ ਬਿਲਕੁਲ ਬਹੁਤ ਕੁਝ ਹੀ ਬਦਲ ਗਿਆ ਸੀ। 1900 ਤੱਕ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹ ਹੋ ਜਾਏਗਾ, ਬੋਲਸ਼ੇਵਿਕ ਰੈਵੋਲੂਸ਼ਨ ਤੱਕ ਪਹੁੰਚ ਜਾਏਗਾ। ਲੇਕਿਨ ਹਿੰਦੁਸਤਾਨ ਦੇ ਵਿੱਚ ਅੱਜ ਉਹਦੀ ਸਿੰਬੋਲਿਕ ਰੋਲ ਆਊਟ ਸ਼ੁਰੂ ਹੋ ਚੁੱਕਿਆ ਹੈ। ਪਰ ਮੈਂ ਨਹੀਂ ਕਹਿ ਰਿਹਾ ਕਿ ਇੱਥੇ ਰਸ਼ੀਆ ਵਾਲਾ ਇਨਕਲਾਬ ਹੈ ਕੋਈ, ਲੇਕਿਨ ਮੈਂ ਕਹਿ ਰਿਹਾ ਕਿ ਪੀਪਲਜ਼ ਪਾਵਰ, ਦੇਖੋ ਹੁਣ ਟ੍ਰੈਪ ਡੈਮੋਕ੍ਰੈਟਿਕ ਪਾਵਰ ਟ੍ਰੈਪ ਤੁਸੀਂ ਲਗਾਇਆ, ਤੁਸੀਂ ਕਿਹਾ ਵੀ ਮੈਨੂੰ ਉਹ 546 - 200 ਉਹ ਬਾਕੀ ਦੀਆਂ ਖਾਲੀ ਕੁਰਸੀਆਂ ਮੈਨੂੰ ਦਿਸ ਰਹੀਆਂ ਨੇ। ਬਿਲਕੁਲ ਜਿਹੜੀਆਂ ਬਾਕੀ ਦੀਆਂ ਖਾਲੀ ਕੁਰਸੀਆਂ ਤੁਹਾਡੇ ਦਿਮਾਗ 'ਚ ਨੇ, ਕੀ ਉਹ ਤੁਹਾਨੂੰ ਇਹ ਨਹੀਂ ਕਹਿੰਦੀਆਂ ਕਿ ਇਹ ਅੰਦੋਲਨ ਦੀ ਲਿਮਿਟੇਸ਼ਨ ਹੈ? ਅੰਦੋਲਨ ਦੇ ਵਿੱਚੋਂ ਇਹ ਟ੍ਰੈਪ ਨਹੀਂ, ਜਦੋਂ ਆਪਾਂ ਵਿਸ਼ਫੁਲ ਤਾਂ ਹੀ ਮੈਂ ਵਿਸ਼ਫੁਲ ਹੋਣ ਦੀ ਗੱਲ ਕੀਤੀ ਹੈ। ਐਕਸਪੈਕਟ ਕੀ ਕਰਨਾ ਹੈ? ਅੰਦੋਲਨ ਕਿਸਾਨ ਅੰਦੋਲਨ ਹੈ, ਐਂਡ ਦੈਟ ਇਜ਼ ਅ ਪ੍ਰੋਬਲਮ। ਇਹ ਇੱਕ ਮੁਸ਼ਕਿਲ ਹੈ ਕਿ ਅੰਦੋਲਨ ਕਿਸਾਨ ਅੰਦੋਲਨ ਕਿਉਂ ਹੈ? ਇਹ ਅਜੇ ਜਨ ਅੰਦੋਲਨ ਨਹੀਂ ਹੈ, ਇਹ ਡੈਮੋਕ੍ਰੇਸੀ ਦਾ ਅੰਦੋਲਨ ਨਹੀਂ ਹੈ, ਇਹ ਫੈਡਰਲਿਜ਼ਮ ਦਾ ਵੀ ਨਹੀਂ ਬਣਿਆ। ਮੈਂ ਇੱਕ ਗੱਲ ਕਹਿਣ ਲੱਗਿਆ, ਤੁਸੀਂ ਇਹ ਸਾਰਾ ਕੁਝ ਕਹਿ ਰਹੇ ਸੀ ਅੰਦੋਲਨ ਬਹੁਤ ਕੁਝ ਸਮੇਟੀ ਬੈਠਾ ਅੰਦਰ, ਬਲਕਿ ਮੈਂ ਇਹੀ ਕਹਿਣ ਲੱਗਿਆ ਅੰਦੋਲਨ ਤੋਂ ਐਕਸਪੈਕਟ ਕੀ ਕਰਨਾ ਹੈ, ਇਹਦੇ ਤੇ ਜਰਾ ਸਮਝ ਲਈਏ ਆਪਾਂ। ਸਾਰੇ ਵਰਡ ਯੂਜ਼ ਕਰ ਰਹੇ ਨੇ ਕਿ ਕਿਸਾਨ ਕ੍ਰਾਂਤੀ, ਕਿਸਾਨ ਕ੍ਰਾਂਤੀ ਆਪਣੇ ਆਪ ਵਿੱਚ ਬਹੁਤ ਬਿਊਟੀਫੁਲ ਵਰਡ ਹੈ। ਵਾਕਈ ਜਦੋਂ ਕਿਸਾਨ ਥੱਲੇ ਤੋਂ ਆ ਲਾਸਟ ਲਾਈਨ ਵਾਲਾ ਕਿਸਾਨ ਉੱਠ ਕੇ ਆਪਣੀ ਕ੍ਰਾਂਤੀ ਤੇ ਆ ਜਾਂਦਾ ਤਾਂ ਆਪਣੀਆਂ ਸਾਰੀਆਂ ਇੱਛਾਵਾਂ ਵਿੱਚ ਸਭ ਕੁਝ ਲੈਂਦਾ, ਲੇਕਿਨ ਹਾਂ ਇਹੀ ਮੈਂ ਕਹਿਣ ਜਾ ਰਿਹਾ ਕਿ ਕਿਸਾਨ ਕ੍ਰਾਂਤੀ ਇਸ ਕਰਕੇ ਵੀ ਲਿਮਿਟਿਡ ਹੈ ਕਿਉਂਕਿ ਉਹ ਕਿਸਾਨ ਕ੍ਰਾਂਤੀ ਹੈ। ਉਹਦੇ ਵਿੱਚ ਹਲੇ ਮਜ਼ਦੂਰ ਕ੍ਰਾਂਤੀ ਸ਼ਾਮਿਲ ਨਹੀਂ, ਉਹਦੇ ਵਿੱਚ ਹਜੇ ਨੌਜਵਾਨ ਕ੍ਰਾਂਤੀ ਸ਼ਾਮਿਲ ਨਹੀਂ, ਉਹਦੇ ਵਿੱਚ ਹਜੇ ਔਰਤਾਂ ਦੀ ਇੱਕ ਬਹੁਤ ਵੱਡੀ ਕ੍ਰਾਂਤੀ ਹੋਣੀ ਬਾਕੀ ਹੈ, ਸ਼ਹਿਰਾਂ ਦੀ ਮਿਡਲ ਕਲਾਸ ਦੀ ਕ੍ਰਾਂਤੀ ਹੋਣੀ ਬਾਕੀ ਹੈ। ਇਹ ਸਾਰੀਆਂ ਕ੍ਰਾਂਤੀਆਂ ਨੇ ਹਲੇ ਹੋਣਾ ਹੈ, ਤਾਂ ਹੀ ਮੈਂ ਕਹਿ ਰਿਹਾ ਕਿ ਸਿੰਬੋਲਿਕਲੀ ਪ੍ਰੋਸੈਸ ਰੋਲ ਆਊਟ ਹੋਣਾ ਸ਼ੁਰੂ ਹੋਇਆ। ਹਿੰਦੁਸਤਾਨ 'ਚ ਇਹ ਡੰਕਾ ਕਿਸਾਨਾਂ ਨੇ ਵਜਾਇਆ, ਹਿੰਦੁਸਤਾਨ 'ਚ ਇਹ ਬੇੜਾ ਨਾ ਸਮਝਦੇ ਹੋਏ ਵੀ ਹੋ ਸਕਦਾ ਅਨਕੌਂਸ਼ੀਅਸਲੀ ਵੀ ਕਿਸਾਨਾਂ ਨੇ ਚੁੱਕਿਆ ਕਿ ਡੈਮੋਕ੍ਰੇਸੀ ਜੀ ਬਚੀ ਖੁਚੀ ਅੰਦੋਲਨ ਨੇ ਜਿਹੜੀ ਹਿੰਦੁਸਤਾਨ ਦੇ ਵਿੱਚ ਸੈਂਟਰਲ ਪਲੇਸ ਲੈ ਰਹੀ ਹੈ, ਕਿ ਜਿਹੜੇ ਬਾਕੀ ਦੇ ਵਡੇਰੇ ਮੁੱਦੇ ਸੀ ਜਿਨ੍ਹਾਂ ਤੇ ਸਰਕਾਰ ਨੂੰ ਘੇਰਿਆ ਜਾ ਸਕਦਾ ਸੀਗਾ, ਕੋਵਿਡ ਦਾ ਮੁੱਦਾ ਡਿਲਿਊਟ ਹੋਇਆ ਇਸ ਕਰਕੇ ਕਿਉਂਕਿ ਅਖਬਾਰਾਂ ਦੇ ਵਿੱਚ ਉਨੀ ਹੀ ਜਗ੍ਹਾ ਹੁੰਦੀ ਹੈ, ਹੈਡਲਾਈਨਾਂ ਵੀ ਉਨੀਆਂ ਕੁ ਹੁੰਦੀਆਂ, ਮਨੁੱਖਾਂ ਦੇ ਮਨਾਂ ਦੇ ਵਿੱਚ ਸਾਡੀ ਮਾਈਂਡਸਕੇਪ ਸਪੇਸ ਵੀ ਉਨੀ ਕੁ ਹੁੰਦੀ ਹੈ, ਸ਼ੈਲਫ ਲਾਈਫ ਵੀ ਉਨੀ ਕੁ ਹੁੰਦੀ ਹੈ, ਤੇ ਕੋਵਿਡ ਦਾ ਜਿਹੜਾ ਮੁੱਦਾ ਹੈ ਉਹ ਡਿਲਿਊਟ ਹੋ ਗਿਆ, ਥੱਲੇ ਪੈ ਗਿਆ। ਜੇ ਕੋਵਿਡ ਦਾ ਮੁੱਦਾ ਅੱਜ ਖੜਾ ਹੋਇਆ ਹਿੰਦੁਸਤਾਨ 'ਚ, ਤੇ ਉਹ ਜਿਹਨੂੰ ਮੋਦੀ ਜੀ ਬੜੀ ਪੂਜਾ ਕਰਦੇ ਨੇ, ਜਿਹਦੀ ਮਾਂ ਗੰਗਾ ਦੀ, ਉਹ ਗੰਗਾ ਮਈਆ ਨੇ ਖੜਾ ਕੀਤਾ, ਜਿਸ ਨੇ ਲਾਸ਼ਾਂ ਲਿਆ ਕੇ ਸਾਡੇ ਸਾਹਮਣੇ ਰੱਖ ਦਿੱਤੀਆਂ ਤੇ ਸਾਨੂੰ ਝੰਜੋੜ ਕੇ ਆਪਣੇ ਅੰਦਰ ਦੇਖਣ ਨੂੰ ਆਖਿਆ ਤੇ ਸਰਕਾਰ ਨੂੰ ਫਸਾ ਦਿੱਤਾ। ਠੀਕ ਹੈ, ਕੋਵਿਡ ਦਾ ਮੁੱਦਾ ਡਿਲਿਊਟ ਹੋਇਆ। ਇਹ ਪਿਗਾਸਸ ਦਾ ਮੁੱਦਾ, ਐਮਰਜੈਂਸੀ ਤੋਂ ਇਲੀਟ ਉਹਨਾਂ ਨਹੀਂ ਸੀ ਡਰਿਆ ਜਿੰਨਾ ਪਿਗਾਸਸ ਤੋਂ ਡਰਿਆ। ਇਹਦਾ ਮਤਲਬ ਹੈ ਕਿ ਹਿੰਦੁਸਤਾਨ ਦੇ ਅਮੀਰ ਨੂੰ, ਸੁਪਰੀਮ ਕੋਰਟ ਦੇ ਜੱਜ ਨੂੰ, ਕਾਰਪੋਰੇਟ ਹਾਊਸਿਸ ਨੂੰ, ਅਡਾਨੀ ਅੰਬਾਨੀ ਨੂੰ ਵੀ ਇਹ ਡਰ ਹੋਏਗਾ ਕਿ ਭਾਈ ਕੋਈ ਬੈਠਾ ਤੁਹਾਡੀ ਮਨ ਕੀ ਬਾਤ ਸੁਣ ਰਿਹਾ, ਕੋਈ ਤੁਹਾਨੂੰ ਦੇਖ ਰਿਹਾ। ਸੋ ਦੈਟ ਇਜ਼ ਪ੍ਰੋਬਲਮੈਟਿਕ। ਤੁਹਾਨੂੰ ਲੱਗਦਾ ਹੈ ਕਿਸਾਨ ਅੰਦੋਲਨ ਐਕਚੁਅਲੀ ਕੁਝ ਹੋਰ ਮੁੱਦਿਆਂ ਨੂੰ ਡਿਲਿਊਟ ਵੀ ਕਰ ਰਿਹਾ ਕਿਉਂਕਿ ਇਹ ਸੈਂਟਰਲ ਸਪੇਸ ਲੈ ਰਿਹਾ? ਦੇਖੋ, ਦੇਖਣ ਨੂੰ ਇਹੀ ਲੱਗਦਾ ਹੈ ਜੋ ਤੁਸੀਂ ਕਹਿੰਦੇ ਹੋ।
ਪਰ ਜਿਹੜੇ ਮੁੱਦੇ ਨੇ ਜਿਵੇਂ ਕੋਵਿਡ ਨੇ ਬੜੀ ਸਪੇਸ ਮੰਡੀ ਹੋਈ ਸੀ, ਜਦ ਕਿ ਕੋਵਿਡ ਉਹਨਾਂ ਸੀਰੀਅਸ ਭਾਰਤ 'ਚ ਆਇਆ ਵੀ ਨਹੀਂ ਸੀ ਉਹ ਰੋਜ਼, ਕਿਉਂਕਿ ਹੋਰ ਕੋਈ ਮੁੱਦਾ ਨਹੀਂ। ਕੋਵਿਡ ਨੂੰ ਜ਼ਿਆਦਾ ਗੰਗਾ ਮਈਆ ਦੀ, ਹੁਣ ਸਾਨੂੰ ਪਤਾ ਅਰਵਿੰਦ ਸੁਬਰਾਮਨੀਅਮ ਦੀ ਰਿਪੋਰਟ ਤੋਂ ਬਾਅਦ ਕਿ 50 ਲੱਖ ਬੰਦਾ ਵੀ ਪੋਸੀਬਲੀ ਮਰ ਗਿਆ ਹੋ ਸਕਦਾ, 32 ਲੱਖ ਤੋਂ 49 ਲੱਖ ਉਹਨਾਂ ਨੇ ਕਿਹਾ। ਜਿਵੇਂ ਇਸੇ ਕਰਕੇ ਉਦੋਂ ਉਨੀ ਸਪੇਸ ਮੰਡੀ ਦੇ ਬਾਵਜੂਦ 50 ਲੱਖ ਦਾ ਪਤਾ ਨਹੀਂ ਲੱਗਿਆ, 32 ਲੱਖ ਦਾ ਜਾਂ 20 ਲੱਖ ਦਾ ਕਵਰ ਹੋਇਆ ਰਿਹਾ। ਬਲਕਿ ਹੁਣ ਕੀ ਹੋਇਆ ਹੈ, ਗੰਗਾ ਮਈਆ ਦੀਆਂ ਲਾਸ਼ਾਂ ਐਕਸਪੋਜ਼ ਹੋਈਆਂ ਨੇ ਤੇ ਦੂਜੇ ਜਦ ਉਸ ਦੇ ਉੱਤੇ ਆਪਣਾ ਅਖਬਾਰ ਦੇ ਉੱਤੇ ਉਹਨਾਂ ਨੇ ਫੜਨਾ ਸ਼ੁਰੂ ਕਰਿਆ ਤੇ ਕਿਸਾਨ ਅੰਦੋਲਨ ਕਰਕੇ ਲੋਕ ਬੋਲਦੇ ਨੇ, ਨਹੀਂ ਸ਼ਾਇਦ ਉਹਨਾਂ ਨਾ ਬੋਲਦੇ ਕਿ ਚੱਲ ਇੱਕ ਅਖਬਾਰ ਤੇ ਅਟੈਕ ਹੁੰਦਾ, ਬਥੇਰੇ ਕਰੇ ਨੇ ਉਹਨਾਂ ਨੇ ਅਟੈਕ। ਇਦਾਂ ਹੀ ਜਿਹੜਾ ਪੈਗਾਸਸ ਦਾ ਮਾਮਲਾ ਹੈ ਇਹਦੇ ਉੱਤੇ ਜ਼ਿਆਦਾ ਸੀਰੀਅਸ ਹੋਈ ਹੈ, ਜਿਹੜੀ ਜਿਵੇਂ ਤੁਸੀਂ ਕਿਹਾ ਐਲੀਟ ਨੂੰ ਇਹ ਡਰ ਹੈ, ਕਿਉਂਕਿ ਮਜ਼ਦੂਰ ਤਾਂ ਕਹਿੰਦਾ ਮੈਨੂੰ ਕੀ, ਉਹਦੀ ਤਾਂ ਰੋਜ਼ ਹੀ ਸਪਾਈਂਗ ਹੋ ਰਹੀ ਹੈ। ਉਹ ਐਲੀਟ ਨੂੰ ਇਹ ਡਰ ਪੈ ਗਿਆ ਵੀ ਯਾਰ ਸਾਡੇ ਤਾਂ ਬਿਸਤਰੇ ਚੱਕਣ ਲੱਗੇ, ਸਾਡੇ ਹਰ ਕੰਮ 'ਚ ਚੱਕਣ ਲੱਗੇ। ਇਹਦੇ ਉੱਤੇ ਜਿਹੜਾ ਡਰ ਪੈਦਾ ਹੋਇਆ ਹੈ, ਇਹ ਡਰ ਨੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉਠਾਇਆ ਗਿਆ, ਬਲਕਿ ਇੰਟਰਨੈਸ਼ਨਲ ਮੁੱਦਾ ਬਣਿਆ ਪਿਆ। ਜਿਹੜੇ ਤੁਸੀਂ ਕਹਿੰਦੇ ਹੋ ਵੀ ਰੀਅਲ ਮਾਲਕ ਬਣੇ ਫਿਰਦੇ ਨੇ ਇਹ ਹਿੰਦੁਸਤਾਨ ਦੇ, ਸਰਕਾਰ ਪਿੱਛੋਂ ਕੋਈ ਹੋਰ ਚਲਾਉਂਦਾ ਤੇ ਗੱਲ ਜੋੜ ਦਵਾਂ ਜੀ ਸ਼ੋਰ ਗਰਗ ਸਾਹਿਬ ਜੀ ਗੱਲ ਜੋੜ ਦਵਾਂ ਇੱਕ ਕਿ ਤੁਸੀਂ ਜਿਹੜਾ ਗੱਲ ਕੀਤੀ ਹੈ ਨਾ ਵੀ ਕਿਸਾਨ ਅੰਦੋਲਨ ਨੇ ਡਿਲੂਟ ਸ਼ਾਇਦ ਕਰਤਾ, ਮੈਂ ਕਹਿੰਦਾ ਕਿਸਾਨ ਅੰਦੋਲਨ ਕੁਝ ਵੀ ਨਹੀਂ ਕਰ ਰਿਹਾ, ਕਿਸਾਨ ਅੰਦੋਲਨ ਕਰ ਰਿਹਾ। ਹੋ ਕੀ ਰਿਹਾ ਕਿ ਜੋ ਇਸ ਦੌਰਾਨ ਬਾਕੀਆਂ ਦਾ ਰਿਸਪੌਂਸ ਆਣਾ ਚਾਹੀਦਾ ਸੀ ਕਿਸੇ ਕਾਰਨ ਕਰਕੇ ਉਹ ਨਹੀਂ ਆ ਰਿਹਾ। ਮਤਲਬ ਇਹ ਕਿਸਾਨ ਅੰਦੋਲਨ ਤੇ ਕਿਉਂ ਜ਼ਿੰਮੇਵਾਰੀ ਪਾਈ ਜਾਵੇ? ਇਹ ਜ਼ਿੰਮੇਵਾਰੀ ਇਹਨਾਂ ਦਾ ਕਸੂਰ ਹੈ, ਦੇਸ਼ ਦੀਆਂ ਵੱਡੀਆਂ ਟ੍ਰੇਡ ਯੂਨੀਅਨਾਂ ਦੇ ਉੱਤੇ ਹੈ, ਉਹ ਕਿਉਂ ਨਹੀਂ ਉਤਰੀ ਲੈ ਰਹੀ ਹੈ। ਬਟ ਅ ਮੋਰ ਸੀਰੀਅਸ ਕੁਐਸਚਨ, ਜੇ ਅਡਾਨੀ ਅੰਬਾਨੀ ਤੇ ਵੱਡੇ ਕਾਰਪੋਰੇਟਡ ਹਾਊਸ ਜਿਹੜੇ ਕਾਰਪੋਰੇਟਸ ਨੇ ਉਹ ਰੀਅਲ ਮਾਲਕ ਨੇ ਤੇ ਉਹ ਬੀਜੇਪੀ ਦੇ ਪਿੱਛੇ ਨੇ ਤੇ ਉਹ ਕਾਂਗਰਸ ਦੇ ਪਿੱਛੇ ਹੁੰਦੇ ਨੇ, ਤੇ ਹੁਣ ਹਾਲਾਤ ਇਹ ਹੋ ਗਏ ਨੇ, ਇੱਕ ਕਨਫਰੰਟੇਸ਼ਨ ਦੀ ਸਥਿਤੀ ਬਣੀ ਪਈ ਹੈ, ਦੇਸ਼ ਇੱਕ ਇਹੋ ਜਿਹੇ ਮੁਹਾਨੇ ਤੇ ਆਕੜਾ ਹੋਇਆ, ਤੇ ਜੇ ਕੋਈ ਪੋਲੀਟੀਕਲ ਪਾਰਟੀ ਆਪਣਾ ਵੇਲਾ ਵਿਹਾ ਚੁੱਕੀ ਹੈ, ਉਹਦੀ ਜਿਹੜੀ ਯੂਜ਼ਫੁਲਨੈਸ ਹੈ ਉਹ ਖਤਮ ਹੋ ਰਹੀ ਹੈ, ਤਾਂ ਕਾਰਪੋਰੇਟ ਹਾਊਸਿਸ ਤਾਂ ਹਮੇਸ਼ਾ ਖਰੀਦਦਾਰੀ ਵਿੱਚ ਇਨਵੋਲਵ ਰਹਿੰਦੇ ਨੇ, ਉਹ ਬਾਜ਼ਾਰ ਵਿੱਚ ਸ਼ਾਪਿੰਗ ਕਰਨ ਨਹੀਂ ਨਿਕਲੇ ਕਿ ਅਸੀਂ ਪੋਲੀਟੀਕਲ ਏਜੰਟ ਨਵੇਂ ਲੱਭ ਲਈਏ ਕੋਈ। ਉਹ ਹੋ ਸਕਦਾ, ਇਹ ਵੀ ਪੋਸਿਬਿਲਿਟੀ ਹੋ ਸਕਦੀ ਹੈ ਕਿ ਕਿਸਾਨ ਅੰਦੋਲਨ ਨੂੰ ਅੰਤ ਤੇ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦੇ ਦਿੰਦਾ ਸਰ, ਮੇਰੇ ਕੁਐਸਚਨ 'ਚ ਬਿਲਕੁਲ ਗੁਸਤਾਖੀ ਨਹੀਂ ਜੇ ਹੈਗੀ, ਐਕਚੁਅਲੀ ਪ੍ਰੈਗਮੈਟਿਕ ਕੁਐਸਚਨ ਹੈ ਕਿ ਕੀ ਅਡਾਨੀ ਤੇ ਅੰਬਾਨੀ ਅੰਤ ਨੂੰ ਕਿਸਾਨ ਅੰਦੋਲਨ ਦੇ ਸਹਾਈ ਹੋਣਗੇ ਤੇ ਸਰਕਾਰ ਬਦਲੇਗੀ? ਮੈਂ ਇਸ ਦੀ ਇੱਕ ਕੰਕਰੀਟ ਐਗਜ਼ਾਮਪਲ ਦਿੰਦਾ। ਓਕੇ, ਮੈਂ 1986 ਚ ਇੱਕ ਪੋਲੀਟੀਕਲ ਲੀਡਰ ਨੂੰ ਸਵਾਲ ਕਰਿਆ, ਸਿਆਣੇ ਲੀਡਰ ਨੂੰ, ਮੈਂ ਕਿਹਾ ਜੀ ਰਾਜੀਵ ਗਾਂਧੀ ਨੂੰ ਇਹਨਾਂ ਨੇ ਐਸਟੈਬਲਿਸ਼ ਕਰਨਾ ਹੈ, ਰੂਲਿੰਗ ਕਲਾਸ ਨੇ, ਉਦੋਂ ਅੰਬਾਨੀ ਅਡਾਨੀ ਨਹੀਂ ਸੀ, ਦੂਜੀਆਂ ਸੀਗੀਆਂ ਵੀ ਇਹ ਲੌਂਗੋਵਾਲ ਸਾਹਿਬ ਦੀ ਤਾਂ ਡੈਥ ਹੋ ਗਈ ਆ, ਉਹ ਤਾਂ ਮਾਰ ਦਿੱਤੇ ਗਏ, ਤੇ ਇਹ ਸਮਝੌਤਾ ਲਾਗੂ ਕਰਨਾ ਹੁਣ ਤਾਂ ਰਾਜੀਵ ਦਾ ਕੰਮ ਸੀ ਵੀ ਉਹ ਜੇ ਨਹੀਂ ਲਾਗੂ ਕਰੇਗਾ ਉਹਦੀ ਤਾਂ ਬੇਇੱਜ਼ਤੀ ਹੋ ਜੂਗੀ, ਲੀਡਰ ਤਾਂ ਚਾਹੀਦਾ ਇਹਨਾਂ ਨੂੰ ਕੋਈ। ਉਹ ਕਹਿੰਦੇ ਹਾਂ ਜੇ ਉਹਦੇ ਨਾਲ ਇਕੱਠੇ ਹੋ ਕੇ ਸਾਰੇ ਖੜੇ ਹੁੰਦੇ, ਇੱਕ ਇੱਧਰ ਦੀ ਲੱਤ ਖਿੱਚ ਲਿਆ ਇੱਕ ਇੱਧਰ ਦੀ, ਸੋ ਅੰਬਾਨੀਆਂ ਅਡਾਨੀਆਂ 'ਚ ਵੀ ਆਪਸ ਵਿੱਚ ਲੜਾਈ ਪਏਗੀ, ਉਹ ਲੀਡਰ ਜਾਣਾ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰਨਗੇ। ਅਜੇ ਤੱਕ ਉਹਨਾਂ ਨੂੰ ਆਪੋਜੀਸ਼ਨ 'ਚੋਂ ਕੋਈ ਲੀਡਰ ਲੱਭ ਨਹੀਂ ਰਿਹਾ, ਕਿਉਂਕਿ ਆਪੋਜੀਸ਼ਨ ਨੇ ਆਪਣੀ ਵਰਤ ਦਿਖਾਉਣੀ ਹੁੰਦੀ ਹੈ, ਅੰਬਾਨੀ ਅਡਾਨੀ ਆਏ ਨਹੀਂ ਲੱਭ ਲੈਂਦੇ। ਪਰ ਇੱਕ ਗੱਲ, ਬਸ ਲਾਸਟ ਗੱਲ ਕਹਾਂ, ਇੱਕ ਗੱਲ ਜ਼ਰੂਰ ਹੈ ਵੀ ਅੱਜ ਉਸ ਜਿਹਨੂੰ ਤੁਸੀਂ ਕਾਰਪੋਰੇਟ ਦੀ ਵਰਡ ਕਹਿੰਦੇ ਹੋ ਜਾਂ ਜਿਹੜੇ ਵੀ ਲੀਡ ਹੈ ਉਹਨੂੰ ਇਹ ਗੱਲ ਸਮਝ ਆ ਗਈ ਵੀ ਹੁਣ ਮੋਦੀ ਦਾ ਜਿਹੜਾ ਉਹ ਸਿੱਕਾ ਵਿਕਦਾ ਸੀ ਉਹ ਹੁਣ ਧੁੰਦਲਾ ਹੋ ਗਿਆ, ਇਸ ਕਰਕੇ ਕੋਈ ਨਾ ਕੋਈ ਹੋਰ ਲੱਭਣਾ ਪੈਣਾ। ਸੋ 2024 ਵਿੱਚ ਸਿੰਘੂ ਬਾਰਡਰ ਇੱਕ ਹੋਰ ਆਈਡੀਆ ਵੀ ਜੋੜ ਦਵਾਂ ਇਹਦੇ ਵਿੱਚ ਕਿ ਇਹਦੇ ਵਿੱਚ ਇੱਕ ਗੱਲ ਆਪਾਂ ਸ਼ਾਮਿਲ ਕਰਨੀ ਹੈ ਕਿ ਭਾਰਤੀ ਜਿਹੜਾ ਇਹ ਕਾਰਪੋਰੇਟ ਅਦਾਰੇ ਨੇ ਨਾ, ਜਿਨ੍ਹਾਂ ਅਡਾਨੀਆਂ ਬਾਨੀਆਂ ਨੂੰ ਆਪਾਂ ਚਲ ਦੋ ਨਾਮ ਲੈ ਲੈਂਦੇ ਹਾਂ, ਅਡਾਨੀਆਂ ਬਾਨੀਆਂ ਦਾ ਕਰੈਕਟਰ ਦੇਖਣ ਵਾਲਾ ਹੈ। ਪਿਛਲੀ ਚੋਣਾਂ ਦੇ ਵਿੱਚ ਜਿਹੜੀ ਰਿਪੋਰਟਸ ਆਈਆਂ ਨੇ 95% ਆਫ ਕਾਰਪੋਰੇਟ ਮਨੀ ਜਿਹੜਾ ਹੈਗਾ ਉਹ ਮੋਦੀ ਦੇ ਡਿਸਪਾਈਟ ਹਿਜ਼ ਹੈਂਡ ਰੈਡਨਡ ਇਨ ਬਲੱਡ ਆਫ ਗੁਜਰਾਤ, ਉਹਦੇ ਬਾਵਜੂਦ ਉਹਦੀਆਂ ਕਾਫਰਸ ਦੇ ਵਿੱਚ ਡਿੱਗਿਆ। ਤੇ ਇਹਦਾ ਮਤਲਬ ਹਿੰਦੁਸਤਾਨ ਦਾ ਅਡਾਨੀ ਅਬਾਨੀ ਬੇਸਿਕਲੀ ਫੈਸਿਜ਼ਮ ਚਾਹੁੰਦਾ ਹੈ। आप ऐसा नहीं है कि हुण मोदी चलन नहीं लग गया था, इस करके ऐसा भी निकल जी, बिल्कुल हम समय खत्म हो गया। मैं इन्नी गल कह दिया कि ऐसा भी नहीं है कि बाकी दी पॉलिटिकल पार्टियां ने गुजरात या गोधरा ਨੂੰ ਕੋਈ ਬਹੁਤ ਵੱਡਾ ਮੁੱਦਾ ਬਣਾ ਲਿਆ। ਸੋ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਹਿਮਤੀਆਂ ਨੇ ਨਾ ਹਿੰਦੁਸਤਾਨ ਦੀ ਪੋਲਿਟੀਕਲ ਕਲਾਸ ਦੀਆਂ, ਉਹ ਸਾਹਮਣੇ ਨਜ਼ਰ ਆ ਰਹੀਆਂ ਨੇ। ਮੇਰਾ ਲਾਸਟ ਕੁਐਸਚਨ ਇਜ਼ 2024 ਤੱਕ ਮੈਂ ਇੰਤਜ਼ਾਰ ਕਰਾਂ ਆਪਣੀ ਕਾਰ ਸਿੱਧੀ ਦਿੱਲੀ ਲਿਜਾਣ ਲਈ ਸਿੰਘੂ ਬਾਰਡਰ ਤੋਂ ਲੰਘਣ ਦਾ, ਕਿ ਉਸ ਵੇਲੇ ਅਜੇ ਰਸਤੇ ਬੰਦ ਹੋਣਗੇ ਤੇ ਮੈਨੂੰ ਉਹ ਵਾਇਆ KMP ਤੇ ਵਾਇਆ ਗਾਜ਼ੀਆਬਾਦ ਜਾਣਾ? ਇਹ ਸਰਕਾਰ ਨੇ ਤੈਅ ਕਰਨਾ ਹੈ। ਸੋ ਅੰਦੋਲਨ ਨੇ ਇੱਕੋ ਹੀ ਗੱਲ ਤੈਅ ਕੀਤੀ ਹੈ ਕਿ 2024 ਤੱਕ ਲੜਾਂਗੇ, ਸਿੰਘੂ ਬਾਰਡਰ ਤੇ ਅੰਦੋਲਨ ਦੇਖ ਰਹੇ ਹੋ। ਜੇ ਬਿੱਲ ਵਾਪਸ ਨਹੀਂ ਹੁੰਦੇ ਤਾਂ 2024 ਚ ਕਿਸਾਨ ਉੱਥੇ ਡਟੇ ਬੈਠੇ ਤੁਹਾਨੂੰ ਦਿਸ ਰਹੇ ਨੇ ਸਿੰਘੂ ਬਾਰਡਰ ਤੇ। ਬਿਲਕੁਲ ਬਿਲਕੁਲ, ਮੈਂ ਉਹਨਾਂ ਨੇ ਕਹਿੰਦਾ ਯਾਦਗਾਰ ਸਾਡੀ ਬਣਾਓ ਰਹੇ ਹੋ। ਹਾਂ, ਯਾਦਗਾਰ ਉੱਥੇ ਬਣ ਗਈ। ਚਲੋ ਠੀਕ ਹੈ, ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।